ਸਰਬਜੀਤ ਧਾਲੀਵਾਲ ਜੀ, ਸਵਾਗਤ ਹੈ ਆਪ ਜੀ ਦਾ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰਬਜੀਤ ਧਾਲੀਵਾਲ ਜੀ, ਨਵਜੋਤ ਸਿੱਧੂ ਦੀਆਂ ਮੁਸ਼ਕਲਾਂ 'ਚ ਵਾਧਾ ਹੀ ਹੁੰਦਾ ਜਾ ਰਿਹਾ। ਉਧਰ ਜਿਹੜੀ ਚੋਣਾਂ ਦੀ ਤਰੀਕ ਹੈ, ਚੋਣ ਨਤੀਜਿਆਂ ਦੀ ਤਰੀਕ ਆ, ਉਹ ਨੇੜੇ ਆਉਂਦੀ ਜਾ ਰਹੀ ਹੈ। ਜਿਹੜੀ ਇਹਨਾਂ ਦੀ ਭੈਣ ਹੈ, ਉਹ ਉਹਨਾਂ ਨੇ ਪਹਿਲਾਂ ਕਾਫੀ ਦਿਨ ਪਹਿਲਾਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਸੀ, ਹੁਣ ਮੇਰਾ ਖਿਆਲ ਹੈ ਲੁਧਿਆਣਾ 'ਚ ਕੀਤੀ ਹੈ। ਸੋ ਜਿਵੇਂ ਜਿਵੇਂ ਉਧਰ ਨਤੀਜਿਆਂ ਦੀ ਤਰੀਕ ਨੇੜੇ ਆਉਣੀ ਜਾ ਰਹੀ ਹੈ, ਤਿਵੇਂ ਤਿਵੇਂ ਇਸ ਦੇ ਨਵਜੋਤ ਸਿੱਧੂ ਦੇ ਵਿਰੁੱਧ ਤਰ੍ਹਾਂ ਤਰ੍ਹਾਂ ਦੇ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਜੀ। ਇਹ ਸਾਰਾ ਮਾਮਲਾ ਕੀ ਹੈ? ਉਹਨਾਂ ਦੀ ਭੈਣ ਨੇ ਨਾ ਜੀ ਕੰਪਲੇਂਟ ਕੀਤੀ ਆ ਉਹਨਾਂ ਦੇ ਖਿਲਾਫ। ਸੁਮਨ ਜਿਹੜੀ ਉਹਨਾਂ ਦੀ ਸਿਸਟਰ ਹੈਗੀ, ਉਹਨਾਂ ਨੇ ਕਿਹਾ ਕਿ ਮੇਰੀ ਪ੍ਰੋਪਰਟੀ ਨਹੀਂ ਦੇ ਰਿਹਾ ਹੈ, ਇਹ ਸਾਡੀ ਪ੍ਰੋਪਰਟੀ ਜਿਹੜੀ ਬਣਦੀ ਸੀ, ਮੈਨੂੰ ਮੇਰੇ ਪਿਤਾ ਵੱਲੋਂ ਜਾਂ ਸ਼ੇਅਰ ਆਉਂਦਾ ਸੀਗਾ, ਉਹ ਦਿੱਤੀ ਨਹੀਂ ਜਾ ਰਹੀ। ਤਾਂ ਜਿਹੜਾ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਹੈ, ਜਿਹਨੂੰ ਆਪਾਂ ਕੌਮੀ ਮਹਿਲਾ ਕਮਿਸ਼ਨ ਕਹਿੰਦੇ ਆ, ਉਹਨਾਂ ਦੇ ਚੇਅਰਮੈਨ ਨੇ ਜਿਹੜਾ ਇਸ ਕੰਪਲੇਂਟ ਦਾ ਨੋਟਿਸ ਲੈ ਕੇ ਲੁਧਿਆਣਾ ਪੁਲਿਸ ਨੂੰ ਦਿੱਤੀ ਹੈ ਆਪਣਾ ਜਾਂਚ। ਲੁਧਿਆਣਾ ਪੁਲਿਸ ਨੂੰ ਕਿਹਾ ਕਿ ਤੁਸੀਂ 15 ਦਿਨਾਂ ਦੇ ਅੰਦਰ ਅੰਦਰ ਸਾਨੂੰ ਇਸ ਮਸਲੇ ਦੀ ਰਿਪੋਰਟ ਬਣਾ ਕੇ ਭੇਜੋ ਕਿ ਕੀ ਤੱਥ ਹੈਗੇ ਨੇ, ਕੀ ਸਾਰਾ ਕੁਝ ਹੈਗਾ। ਮੇਰਾ ਖਿਆਲ ਹੈ ਕਿ ਜਦੋਂ ਇਹ ਕੰਪਲੇਂਟ ਦਿੱਤੀ ਹੋਈ ਹੈ, ਲਿਖਤੀ ਕੰਪਲੇਂਟ ਆ, ਉਸ ਤੋਂ ਬਾਅਦ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਚੰਡੀਗੜ੍ਹ 'ਚ ਵੀ ਕੀਤੀ ਸੀ, ਫਿਰ ਲੁਧਿਆਣੇ ਵੀ ਕੀਤੀ ਸੀ। ਕਈ ਤਰ੍ਹਾਂ ਦੇ ਉਹਨਾਂ ਨੇ ਗੰਭੀਰ ਦੋਸ਼ ਲਾਏ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਉਸ ਤੋਂ ਬਾਅਦ ਫਿਰ ਫੇਸਬੁੱਕ ਤੇ ਫੋਟੋਆਂ ਵਗੈਰਾ ਵੀ ਰਿਲੀਜ਼ ਕੀਤੀਆਂ ਸੀ ਕਿ ਮੇਰੀ ਭੈਣ ਨਾਲ ਤਾਲੁਕਾਤ ਜਿਹੜੇ ਹੈਗੇ ਨੇ ਉਹ ਬਹੁਤ ਅੱਛੇ ਰਹੇ ਨੇ, ਸਾਡੇ ਵਿਆਹਾਂ ਵਗੈਰਾ 'ਚ ਵੀ ਆਉਂਦੇ ਰਹੇ ਨੇ, ਹੋਰ ਜਿਹੜੇ ਬਰਥਡੇ ਵਗੈਰਾ 'ਤੇ ਵੀ ਆਉਂਦੇ ਰਹੇ ਨੇ, ਜਦੋਂ ਵੀ ਕੋਈ ਸਮਾਜਿਕ ਸਮਾਗਮ ਹੁੰਦੇ ਰਹੇ ਨੇ ਪਹਿਲਾਂ ਉਹਨਾਂ 'ਚ ਉਹ ਸ਼ਾਮਲ ਹੁੰਦੇ ਰਹੇ ਨੇ। ਉਹਨੇ ਪੁਰਾਣੀਆਂ ਫੋਟੋਆਂ ਜਾਰੀ ਕੀਤੀਆਂ ਸੀਗੀਆਂ। ਪਰ ਮਸਲਾ ਜਿਹੜਾ ਹੈਗਾ ਹਲੇ ਜਿਉਂ ਦੀ ਤਿਉਂ ਖੜਾ ਹੈਗਾ। ਤੇ ਮੇਰਾ ਖਿਆਲ ਹੈ ਕਿ ਜਿਹੜੀ ਸੁਮਨ ਹੈਗੀ, ਹਾਲਾਂਕਿ ਉਹ ਰਹਿੰਦੇ ਤਾਂ ਬਾਹਰ ਨੇ, ਪਰ ਕੁਛ ਦੇਰ ਲਈ ਇਲੈਕਸ਼ਨਾਂ ਵਿੱਚ ਆਏ ਸੀਗੇ ਤੇ ਉਦੋਂ ਉਹਨਾਂ ਨੇ ਦੋਸ਼ ਲਗਾਏ ਸੀ ਤੇ ਆਪਣਾ ਇੱਕ ਲਿਖਤੀ ਸ਼ਿਕਾਇਤ ਵੀ ਕੀਤੀ ਸੀ। ਸੋ ਉਸ ਸ਼ਿਕਾਇਤ ਦੀ ਵੀ ਜਾਂਚ ਹੋ ਰਹੀ ਹੈ। ਕਿਹਾ ਤਾਂ ਇਹ ਜਾ ਰਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਤੋਂ ਵਿਰੋਧੀ ਪਾਰਟੀਆਂ ਡਰਦੀਆਂ ਸੀਗੀਆਂ ਤੇ ਜਾਣ ਬੁੱਝ ਕੇ ਉਹਦੀ ਭੈਣ ਨੂੰ ਜਿਹੜਾ ਚੋਣਾਂ ਦੇ ਮੌਕੇ ਲੈ ਕੇ ਆਂਦਾ ਹੈ। ਮਤਲਬ ਦੋਸ਼ ਲੱਗ ਰਹੇ ਸੀ ਕਿ ਕਦੇ ਕੋਈ ਕਾਂਗਰਸ ਵਿੱਚ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਤੇ ਦੋਸ਼ ਲਾ ਰਹੇ ਸੀ ਵੀ ਉਹ ਲੈ ਕੇ ਆਏ ਨੇ। ਕੁਝ ਬੰਦੇ ਦੋਸ਼ ਲਾਏ ਸੀ ਵੀ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ ਹੈ, ਕੁਝ ਬੰਦੇ ਆਪ ਤੇ ਦੋਸ਼ ਲਾ ਰਹੇ ਸੀ ਤੇ ਦੂਸਰੀਆਂ ਪਾਰਟੀਆਂ ਦੋਸ਼ ਲਾ ਰਹੇ ਸੀਗੇ। ਖੈਰ, ਗੱਲ ਇਹ ਹੈਗੀ ਕਿ ਉਹਨਾਂ ਨੇ ਜਿਹੜੇ ਦੋਸ਼ ਲਾਏ ਸੀ ਉਹ ਪਬਲਿਕਲੀ ਲਾਏ ਸੀ ਤੇ ਬਕਾਇਦਾ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਲਾਏ ਸੀ। ਤੋਂ ਉਸ ਤੋਂ ਬਾਅਦ ਕਾਫੀ ਜਿਹੜੀ ਸਿਆਸੀ ਹਲਕਿਆਂ 'ਚ ਚਰਚਾ ਹੋਈ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਭੈਣ ਨੇ ਆਪਣਾ ਘਰ ਵਾਲੀ ਨੇ ਤਾਂ ਕਿਹਾ ਸੀ, ਨਵਜੋਤ ਕੌਰ ਸਿੱਧੂ ਨੇ, ਕਿ ਮੈਨੂੰ ਪਤਾ ਨਹੀਂ ਕਿ ਉਹਨਾਂ ਦੇ ਭੈਣਾਂ ਵੀ ਹੈਗੀਆਂ, ਮੈਂ ਤਾਂ ਵਿਆਹ ਵੇਲੇ ਤੋਂ ਮਤਲਬ ਦੇਖਿਆ ਨਹੀਂ ਕਦੇ ਉਹਨਾਂ ਨੂੰ, ਕਦੇ ਮੈਂ ਉਹਨਾਂ ਨਾਲ ਵਰਤਿਆ ਨਹੀਂ। ਸੋ ਉਹਨਾਂ ਨੇ ਇਸ ਤਰ੍ਹਾਂ ਦਾ ਸਪਸ਼ਟੀਕਰਨ ਉਦੋਂ ਦਿੱਤਾ ਸੀਗਾ ਤੇ ਖੂਬ ਚਰਚਾ ਚੱਲੀ ਸੀ। ਪਰ ਹੁਣ ਜਾਂਚ ਦੇ ਦੌਰਾਨ ਇੱਕ ਗੱਲ ਤਾਂ ਬੜੀ ਸਾਫ਼ ਹੈ ਨਾ ਕਿ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਜਾਏਗਾ, ਇਸ ਬਾਰੇ ਪੁੱਛਿਆ ਜਾਏਗਾ ਵੀ ਦੱਸੋ ਭਾਈ ਕੀ ਪ੍ਰਾਪਰਟੀ ਦਾ ਰੌਲਾ ਹੈਗਾ। ਹੋ ਸਕਦਾ ਕਿ ਜਿਹੜਾ ਕਮਿਸ਼ਨ ਨੇ ਜਦੋਂ ਇਨਕੁਆਇਰੀ ਆਰਡਰ ਕੀਤੀ ਹੈਗੀ ਤਾਂ ਫਿਰ ਜਿਹੜਾ AC ਵਗੈਰਾ ਜਿਹੜਾ ਲੱਗੇਗਾ ਉੱਥੇ, ਆਪਣਾ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਵਗੈਰਾ ਜਿਹੜਾ ਇਨਕੁਆਇਰੀ ਕਰੇਗਾ, ਕਿਉਂਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਵਿਧਾਇਕ ਵੀ ਰਹੇ ਨੇ, ਪਹਿਲਾਂ MP ਵੀ ਰਹੇ ਨੇ, ਇਸ ਕਰਕੇ ਸੀਨੀਅਰ ਅਫਸਰ ਦੀ ਹੀ ਜ਼ਿੰਮੇਵਾਰੀ ਲਈ ਜਾਏਗੀ ਜਾਂ ਘੱਟੋ ਘੱਟ DSP ਰੈਂਕ ਦਾ ਕੋਈ ਅਫਸਰ ਜਾਏਗਾ ਤਾਂ ਜਾਂ ਤੁਹਾਨੂੰ ਉੱਥੇ ਬੁਲਾਇਆ ਜਾਏਗਾ ਲੁਧਿਆਣੇ ਕਿ ਤੁਸੀਂ ਆ ਕੇ ਆਪਣੇ ਸਾਰੇ ਦਸਤਾਵੇਜ਼ ਵਗੈਰਾ ਕਾਗਜ਼ ਪੱਤਰ ਲਿਆਓ, ਸਾਨੂੰ ਦੱਸੋ ਵੀ ਕੀ ਇਹ ਪ੍ਰਾਪਰਟੀ ਦਾ ਮਸਲਾ ਕੀ ਹੈਗਾ, ਜਾਂ ਫਿਰ ਪੁਲਿਸ ਉਹਨਾਂ ਦੇ ਘਰੇ ਜਾਏਗੀ, ਘਰੇ ਜਾ ਕੇ ਉਹਨੂੰ ਪੁੱਛਗਿੱਛ ਕਰੇਗੀ। ਸੋ ਕੁਦਰਤੀ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਨਵਜੋਤ ਸਿੰਘ ਸਿੱਧੂ ਦੀਆਂ, ਉਹਨਾਂ 'ਚ ਵਾਧਾ ਹੋਇਆ ਹੈਗਾ, ਕਿਉਂਕਿ ਕੰਪਲੇਂਟ ਦਾ ਰਿਟਨ ਕੰਪਲੇਂਟ ਹੈ ਤੇ ਕਮਿਸ਼ਨ ਵੱਲੋਂ ਆਈ ਹੈ। ਤਾਂ ਕਮਿਸ਼ਨ ਇੱਕ ਕਾਫੀ ਪਾਵਰਫੁਲ ਬਾਡੀ ਹੈਗੀ, ਜਿਹੜਾ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਹੈਗਾ। ਨਾਲ ਦੂਸਰੇ ਪਾਸੇ ਨਤੀਜਿਆਂ ਦੀ ਜਿਹੜੀ ਤਰੀਕ ਹੈਗੀ ਉਹ ਵੀ ਬਹੁਤ ਨੇੜੇ ਆ ਗਈ ਹੈ। 10 ਤਰੀਕ 'ਚ ਹੁਣ ਕੁਛ ਵੀ ਸਮਾਂ ਨਹੀਂ ਰਿਹਾ ਤੇ ਉਧਰ ਵੀ ਮੇਰਾ ਖਿਆਲ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪਤਾ ਨਹੀਂ ਲੱਗ ਰਿਹਾ, ਸ਼ਾਇਦ ਕਿਤੇ ਜਾਪ ਵਗੈਰਾ ਕਰ ਰਹੇ ਹੋਣ, ਕਿਤੇ ਬੈਠੇ ਹੋਣ, ਕਿਤੇ ਆਪਣਾ ਭਗਤੀ ਵਗੈਰਾ ਜੋ ਵੀ ਕਰਦੇ ਨੇ ਆਪਣਾ ਕਈ ਆਸਤਾ ਉਹਨਾਂ ਦੀ ਚਲੇ ਜਾਂਦੇ ਨੇ, ਕਾਫੀ ਦਿਨ ਸਮਾਧੀ 'ਚੋਂ ਨਹੀਂ ਆਉਂਦੇ ਤੇ ਹੋ ਸਕਦਾ ਕਿਤੇ ਸਮਾਧੀ 'ਚ ਹੋਣ, ਕਿਉਂਕਿ ਉਹਨਾਂ ਦਾ ਕੋਈ ਬਿਆਨ ਵੀ ਨਹੀਂ ਦੇਖਿਆ, ਨਾ ਹੀ ਕੋਈ ਉਹਨਾਂ ਦਾ ਟਵੀਟ ਵੀ ਨਹੀਂ ਆ ਰਿਹਾ। ਮੈਂ ਦੇਖਿਆ ਨਹੀਂ ਤਾਂ ਟਵੀਟ ਅਕਸਰ 2-3 ਪਹਿਲਾਂ ਪਾਉਂਦੇ ਹੁੰਦੇ ਸੀਗੇ, ਪਰ ਅੱਜ ਕੱਲ੍ਹ ਉਧਰੋਂ ਟਵੀਟਾਂ ਵੱਲੋਂ ਵੀ ਖਾਮੋਸ਼ੀ ਹੈਗੀ। ਜਿਹੜੇ ਆਪ 2-3 ਵੱਡੇ ਮੁੱਦੇ ਹੈਗੇ ਨੇ, ਫਾਜ਼ਿਲਕਾ ਯੂਕਰੇਨ ਜਿਹੜੇ ਬੱਚੇ ਫਸੇ ਹੋਏ ਨੇ
ਉਹਨਾਂ ਬਾਰੇ ਵੀ ਕੋਈ ਗੱਲਬਾਤ ਉਹਨਾਂ ਵੱਲੋਂ ਸ਼ਾਇਦ ਹਾਲੇ ਤੱਕ ਨਹੀਂ ਆਈ। BBMB ਦਾ ਮੁੱਦਾ ਹੈਗਾ, ਉਹਨਾਂ ਬਾਰੇ ਵੀ ਕੁਝ ਨਹੀਂ ਬੋਲੇ। ਸੋ ਹੋ ਸਕਦਾ ਕਿ ਕਿਤੇ ਨਾ ਕਿਤੇ ਉਹ ਆਪਣਾ ਸਵਾਦੀ ਲਾ ਕੇ ਭਗਤੀ ਕਰ ਰਹੇ ਹੋਣ, ਕਿਉਂਕਿ ਐਤਕੀ ਚੋਣ ਬੜੀ ਫਸਵੀਂ ਸੀ। ਪਹਿਲਾਂ ਉਹਨਾਂ ਨੂੰ ਕਦੇ ਇੰਨੀ ਮੁਸ਼ਕਲ ਨਹੀਂ ਆਈ ਸੀ ਚੋਣ ਵਿੱਚ, ਪਰ ਐਤਕੀ ਕਹਿੰਦੇ ਚੋਣ ਬਹੁਤ ਜ਼ਿਆਦਾ ਉੱਥੇ ਜਿਹੜਾ ਟੱਕਰ ਸੀ, ਬੜੀ ਫਸਵੀਂ ਟੱਕਰ ਸੀ। ਸੋ ਇਸ ਕਰਕੇ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ। ਧਾਲੀਵਾਲ ਸਾਹਿਬ ਮੇਰਾ ਕਰਨਾ ਪੈ ਰਿਹਾ ਜੀ। ਧਾਲੀਵਾਲ ਸਾਹਿਬ ਮੇਰਾ ਸਵਾਲ ਹੈ ਇਹਦੇ 'ਚ, ਜਿਹੜੀ ਇਹ ਸੁਮਨ ਜੋ ਭੈਣ ਹੋਣ ਦਾ ਦਾਅਵਾ ਕਰ ਰਹੀ ਹੈ, ਸਿੱਧੂ ਨੇ ਪਿਛਲੇ ਦਿਨ ਹੀ ਬਿਆਨ ਦਿੱਤਾ ਸੀਗਾ, ਉਸ ਦੇ ਬਾਰੇ ਕੀ ਇਹ ਸੱਚੀ ਮੁੱਚੀ ਉਹਨਾਂ ਦੀ ਸਕੀ ਭੈਣ ਹੈ? ਅਸਲੀਅਤ ਕੀ ਹੈ ਇਸ ਦੇ 'ਚ? ਬਿਲਕੁਲ ਉਹਨਾਂ ਦੀ ਸਕੀ ਭੈਣ ਹੈ ਜੀ। ਮੇਰਾ ਖਿਆਲ ਹੈ ਕਿ ਸ਼ਾਇਦ ਮਦਰ ਇੱਕ ਹੈ, ਜੋ ਮੈਨੂੰ ਜਿਸ ਤੱਕ ਜਾਣਕਾਰੀ ਹੈਗੀ, ਮਤਲਬ ਹੋ ਸਕਦਾ ਮੈਂ ਗਲਤ ਵੀ ਹੋਵਾਂ ਜੋ, ਪਰ ਕਿਉਂਕਿ ਕਿਸੇ ਨੂੰ ਬਹੁਤਾ ਜ਼ਿਆਦਾ ਡਿਟੇਲ ਤਾਂ ਨਹੀਂ ਪਤਾ ਹੈਗਾ ਇਸ ਮਾਮਲੇ ਬਾਰੇ। ਨਾ ਹੀ ਸਿੱਧੂ ਸਾਹਿਬ ਨੇ ਇਸ ਬਾਰੇ ਡਿਸਕਲੋਜ਼ ਕੀਤਾ ਕਿਸੇ ਨੂੰ, ਨਾ ਹੀ ਕੋਈ ਪੁਰਾਣੀ ਬੈਕਗਰਾਉਂਡ ਚੋਂ ਪਤਾ ਲੱਗਦਾ। ਪਰ ਜੋ ਪਟਿਆਲੇ ਦੇ ਪੋਲੀਟੀਕਲ ਬੰਦੇ ਹੈਗੇ ਉਹਨਾਂ ਨੇ ਮਾੜਾ ਮੋਟਾ ਜੋ ਦੱਸਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਹਨਾਂ ਦੀ ਮਦਰ ਸੀਗੀ ਸਿੱਧੂ ਸਾਹਿਬ ਦੀ, ਤੇ ਜਿਹੜੀਆਂ ਦੋ ਭੈਣਾਂ ਹੈਗੀਆਂ, ਇਹਨਾਂ ਦੀ ਮਦਰ ਇੱਕ ਹੈਗੀ, ਜਿਹੜੇ ਪਿਤਾ ਹੈਗੇ ਨੇ ਉਹ ਬਾਪ ਹੈਗੇ ਨੇ ਉਹ ਦੋ ਹੈਗੇ ਨੇ। ਸਿੱਧੂ ਸਾਹਿਬ ਮੇਰਾ ਖਿਆਲ ਹੈ ਇਕੱਲੇ ਹੈਗੇ ਨੇ। ਜਿਹੜੀਆਂ ਇਹ ਦੋ ਭੈਣਾਂ, ਮਤਲਬ ਜਿਹੜੇ ਇਹਨਾਂ ਦਾ ਬਾਪ ਅਲੱਗ ਹੈਗਾ, ਕਿਉਂਕਿ ਸ਼ਾਇਦ ਹੋ ਸਕਦਾ ਹੈ ਕਿ ਇਹਨਾਂ ਦੀ ਮਦਰ, ਮੇਰਾ ਖਿਆਲ ਹੈ ਕਿ ਕਿਉਂਕਿ ਪੂਰੀ ਜਾਣਕਾਰੀ ਆਪਾਂ ਨੂੰ ਨਹੀਂ ਹੈਗੀ ਤੇ ਆਪਾਂ ਕੋਈ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਮੈਂ ਕਰਨੀ ਚਾਹੁੰਦਾ ਜਿਹੜੀ ਕਿ ਤੱਥਾਂ ਤੋਂ ਪਰਾਂ ਹੋਵੇ, ਦੂਰ ਹੋਵੇ। ਪਰ ਕਹਿੰਦਾ ਪਤਾ ਲੱਗਿਆ ਕਿ ਜਦੋਂ ਇਹਨਾਂ ਦੀ ਮੌਤ ਹੋ ਗਈ ਸੀ ਆਪਣਾ ਸਰਦਾਰ ਭਗਵੰਤ ਸਿੰਘ ਦੀ, ਇਹਨਾਂ ਦੇ ਪਿਤਾ ਜੀ ਦੀ, ਤਾਂ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਸ਼ਾਇਦ ਲੁਧਿਆਣੇ ਜਾ ਕੇ ਰਹਿਣ ਲੱਗੇ ਸੀਗੇ। ਪਹਿਲਾਂ ਉਹ ਸ਼ਾਇਦ ਪਟਿਆਲੇ ਕਿਤੇ ਨਰਸ ਵਗੈਰਾ ਦਾ ਕੰਮ ਜਿਹੜਾ ਹੈਗਾ ਉਹ ਕਰਦੇ ਸੀਗੇ, ਤੇ ਉਦੋਂ ਪਹਿਲਾਂ ਉਹਨਾਂ ਦੇ ਭਗਵੰਤ ਸਿੰਘ ਮਾਨ ਨਾਲ ਜਿਹੜੇ ਹੈਗੇ, ਭਗਵੰਤ ਸਿੰਘ ਜਿਹੜੇ ਹੈਗੇ ਨੇ ਸਿੱਧੂ ਸਾਹਿਬ, ਉਹਨਾਂ ਨਾਲ ਫਿਰ ਉਹਨਾਂ ਕੋਲ ਰਹਿੰਦੇ ਸੀਗੇ ਉਹ। ਤੇ ਸਿੱਧੂ ਸਾਹਿਬ ਜਿਹੜੇ ਹੈਗੇ ਨੇ ਉਹ ਭਗਵੰਤ ਸਿੰਘ ਮਾਨ ਦੇ ਬੇਟੇ ਹੈਗੇ ਨੇ, ਇਹ ਗੱਲ ਪੱਕੀ ਹੈਗੀ ਆ। ਜਿਹੜੀਆਂ ਦੂਸਰੀਆਂ ਲੜਕੀਆਂ ਹੈਗੀਆਂ ਉਹਨਾਂ ਦੇ ਬਾਪ ਮੇਰਾ ਖਿਆਲ ਅਲੱਗ ਨੇ, ਮਾਂ ਤਿੰਨਾਂ ਦੀ ਸ਼ਾਇਦ ਇੱਕ ਹੈ ਜੀ। ਜੀ ਕਹਿੰਦੇ ਪੰਜਾਬ ਦੇ 225 ਵਿਦਿਆਰਥੀ ਘਰ ਪਰਤ ਆਏ ਨੇ, ਲੇਕਿਨ ਅਜੇ ਬਹੁਤ ਸਾਰੇ ਅਜੇ ਬੱਚੇ ਜਿਹੇ ਨੇ ਜਿਹੜੇ ਅਜੇ ਪਰਤੇ ਨਹੀਂ ਹੈ। ਤੇ ਇਹ ਜਿਹੜੇ ਵਿਦਿਆਰਥੀ ਪਰਤੇ ਨੇ ਇਹ ਕੀ ਕਹਿ ਰਹੇ ਨੇ? ਤੇ ਇੱਕ ਪੰਜਾਬੀ ਵਿਦਿਆਰਥੀ ਹਰਜੋਤ ਹੈ, ਉਹਨੂੰ ਕਹਿੰਦੇ ਗੋਲੀ ਲੱਗੀ ਹੈ ਯੂਕਰੇਨ ਦੇ ਵਿੱਚ, ਇਸ ਬਾਰੇ ਵਿਸਥਾਰ ਨਾਲ ਦੱਸੋ। ਇਹ ਦੇਖੋ, ਕਿਤੇ ਖੁਸ਼ੀ ਕਿਤੇ ਗਮ। ਖੁਸ਼ੀ ਦੀ ਗੱਲ ਤਾਂ ਮੈਂ ਜਿਹੜੀ ਦਰਸ਼ਕਾਂ ਨਾਲ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਹੈਗੀ ਕਿ ਜਿਨ੍ਹਾਂ ਦਾ ਆਪਾਂ ਕਾਫੀ ਕੱਲ ਲੰਬਾ ਜ਼ਿਕਰ ਕੀਤਾ ਸੀ, ਰਜੰਤ, ਸਹੋਤਾ ਤੇ ਰਮਨਦੀਪ, ਉਹਨਾਂ ਦਾ ਫੋਨ ਉਹਨਾਂ ਦੇ ਪੇਰੈਂਟਸ ਨੂੰ ਆ ਗਿਆ। ਉੱਥੇ ਖੁਸ਼ੀ ਦੀ ਲਹਿਰ ਹੈ ਉਹ, ਪਰ ਇਹ ਗੱਲ ਸਹੀ ਸਾਬਤ ਹੋਈ ਹੈ ਕਿ ਉਹ ਫੌਜ ਦੇ ਕਬਜ਼ੇ ਵਿੱਚ ਹੈਗੇ ਨੇ। ਉਹਨਾਂ ਨੇ ਕੱਲ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਹੈ ਤੇ ਨਾਲ ਦੱਸਿਆ ਕਿ ਅਸੀਂ ਫੌਜ ਦੇ ਕਬਜ਼ੇ 'ਚ ਹੈਗੇ ਹਾਂ। ਪਿਛਲੇ 5-6 ਦਿਨਾਂ 'ਚ ਸਾਨੂੰ ਫੌਜ ਨੇ ਆਪਣੇ ਕੋਲ ਰੱਖਿਆ ਹੈ ਵੀ। ਉਹਨਾਂ ਨੇ ਕਿਹਾ ਕਿ ਇਕੱਲੇ ਅਸੀਂ ਨਹੀਂ ਹੈਗੇ, ਘੱਟੋ ਘੱਟ ਫੌਜ ਕੋਲੇ, ਜਿਹੜੀ ਰਸ਼ੀਅਨ ਫੌਜ ਆ, ਰੂਸੀ ਫੌਜ ਆ, ਉਹਦੇ ਕੋਲੇ 150 ਦੇ ਕਰੀਬ ਭਾਰਤੀ ਵਿਦਿਆਰਥੀ ਉਹਨਾਂ ਕੋਲੇ ਨੇ। ਫੌਜ ਨੇ ਉਹਨਾਂ ਤੋਂ ਸਾਰਿਆਂ ਤੋਂ ਫੋਨ ਫੜ ਰੱਖੇ ਨੇ। ਸਿਰਫ ਉਹ 2-3 ਦਿਨਾਂ ਬਾਅਦ 1 ਮਿੰਟ ਜਾਂ 2 ਮਿੰਟ ਲਈ ਗੱਲਬਾਤ ਕਰਨ ਵਾਸਤੇ ਫੋਨ ਦਿੰਦੇ ਨੇ, ਤੇ ਨਾਲ ਕਹਿੰਦਾ ਫਿਰ ਉਹ ਕਹਿੰਦਾ ਕੋਲ ਹੀ ਖੜੇ ਰਹਿੰਦੇ ਨੇ। ਉਸ ਤੋਂ ਬਾਅਦ ਤੁਰੰਤ ਫੋਨ ਲੈ ਲੈਂਦੇ ਨੇ। ਚਲੋ ਇਹ ਗੱਲ ਖੁਸ਼ੀ ਦੀ ਗੱਲ ਹੈ ਕਿ ਦੋਨੇ ਬੱਚਿਆਂ ਦਾ ਪਤਾ ਲੱਗ ਗਿਆ ਹੈ। ਦੋਨੇ ਬੱਚਿਆਂ ਨੇ ਆਪਣੇ ਪੇਰੈਂਟਸ ਨਾਲ, ਰਮਨਦੀਪ ਨੇ ਵੀ ਤੇ ਰਜੰਤ ਸੋਤਾ ਨੇ ਵੀ, ਆਦਮਪੁਰ ਪਿੰਡ ਜਿਹੜਾ ਹੈ ਮੈਂ ਤੁਹਾਨੂੰ ਦੱਸਿਆ ਸੀ ਕੱਲ, ਜਿਹੜਾ ਆਪਣਾ ਜਲੰਧਰ ਦੇ ਕੋਲੇ ਹੈਗਾ, ਉੱਥੇ ਉਹਨਾਂ ਨੇ ਗੱਲ ਕਰ ਲਈ ਹੈ। ਤੇ ਨਾਲ ਉਹਨੇ ਹੋਰ ਜਾਣਕਾਰੀ ਵੀ ਦਿੱਤੀ ਹੈ ਕਿ ਇੰਨੇ ਕੁ ਬੱਚੇ ਉੱਥੇ ਹੈਗੇ ਨੇ। ਚਲੋ ਇਹਦੇ ਨਾਲ ਪੇਰੈਂਟਸ ਦੀ ਜਿਹੜੀ ਇੱਕ ਆਂਦਰਾਂ 'ਚ ਠੰਡ ਪੈ ਜਾਂਦੀ ਹੈ ਇਹਦੇ ਨਾਲ, ਕਿ ਚਲੋ ਘੱਟੋ ਘੱਟ ਸਾਡੇ ਬੱਚਿਆਂ ਨਾਲ ਗੱਲ ਹੋ ਗਈ ਹੈ, ਬੱਚੇ ਸਾਡੇ ਠੀਕ ਠਾਕ ਨੇ। ਹਾਂ ਹੈ ਫੌਜੀਆਂ ਕੋਲੇ। ਸੋ ਕਿਸੇ ਨਾ ਕਿਸੇ ਵੇਲੇ ਜਿਹੜੀ ਕੇਂਦਰ ਸਰਕਾਰ ਹੈਗੀ, ਮੇਰਾ ਖਿਆਲ ਹੈ ਕਿ ਉਹਨਾਂ ਨਾਲ ਗੱਲਬਾਤ ਟੇਕ ਅਪ ਕਰਕੇ ਰਸ਼ੀਅਨ ਫੌਜ ਨਾਲ ਉਹਨਾਂ ਨੂੰ ਛੁਡਾ ਲਏਗੀ। ਹਾਲਾਂਕਿ ਕੱਲ ਕੇਂਦਰ ਸਰਕਾਰ ਨੇ ਤਾਂ ਕਿਹਾ ਸੀਗਾ ਕਿ ਜੀ ਕੋਈ ਬੱਚਾ ਸਾਡਾ ਫੌਜ ਕੋਲ ਨਹੀਂ, ਕੋਈ ਬੱਚਾ ਸਾਡਾ ਕਿਡਨੈਪ ਨਹੀਂ ਕੀਤਾ ਹੋਇਆ, ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀਗੇ। ਦੂਸਰੀ ਗੱਲ, ਜਿਹੜੇ 225 ਦੇ ਕਰੀਬ ਕੱਲ ਬੱਚੇ ਪੰਜਾਬ ਦੇ ਆ ਗਏ ਨੇ। ਕੱਲ ਕਈ ਘਰਾਂ ਵਿੱਚ ਕਾਫੀ ਵੱਡੀ ਖੁਸ਼ੀ ਦਾ ਮਾਹੌਲ ਇੱਕੋ ਦਮ ਹੀ ਹੋ ਗਿਆ, ਕਿਉਂਕਿ ਅੱਜ ਜਿਹੜੀਆਂ ਅਖਬਾਰਾਂ 'ਚ ਫੋਟੋਆਂ ਛਪੀਆਂ ਨੇ, ਪੇਰੈਂਟਸ ਮਿਲ ਰਹੇ ਨੇ, ਗਲ ਲੱਗ ਰਹੇ ਨੇ, ਮਾਵਾਂ ਰੋ ਰਹੀਆਂ ਨੇ ਆਪਣੇ ਪੁੱਤਰਾਂ ਨੂੰ ਮਿਲ ਕੇ, ਆਪਣੀਆਂ ਧੀਆਂ ਨੂੰ ਮਿਲ ਕੇ। ਹੁੰਦੀ ਹੈ ਜਦੋਂ ਇੱਕ ਇਹੋ ਜਿਹੇ ਤੁਸੀਂ ਬੜੀ ਮਾਨਸਿਕ ਪੀੜਾ ਦੇ ਦੌਰ ਵਿੱਚੋਂ ਗੁਜ਼ਰਦੇ ਹੋ 7-8 ਦਿਨ ਲਗਾਤਾਰ, ਤੇ ਕੋਈ ਤੁਹਾਨੂੰ ਲੱਗਦਾ ਨਹੀਂ ਕਿ ਸਾਡੇ ਬੱਚੇ ਆਉਣਗੇ ਵੀ ਨਹੀਂ ਆਉਣਗੇ, ਤਾਂ ਉਦੋਂ ਫਿਰ ਇਸ ਤਰ੍ਹਾਂ ਦਾ ਇੱਕ ਦੌਰ ਹੁੰਦਾ। ਉਸ ਤੋਂ ਬਾਅਦ ਜਿਹੜੀਆਂ ਭਾਵਨਾਵਾਂ ਹੁੰਦੀਆਂ ਛਲਕਦੀਆਂ, ਤਾਂ ਮਾਂ ਪਿਓ ਕਈ ਥਾਵਾਂ ਤੇ ਰੋਂਦੇ ਨੇ ਆਪਣੇ ਬੱਚਿਆਂ ਦੇ ਗਲ ਲੱਗ ਕੇ, ਉਹ ਦੇਖੇ ਗਏ ਨੇ।
ਪਰ ਇੱਕ ਗੱਲ ਬੱਚਿਆਂ ਨੇ ਸ਼ਿਕਾਇਤ ਵੀ ਕੀਤੀ ਹੈ ਕਿ ਜਦੋਂ ਕਹਿੰਦੇ ਨੇ ਕਿ ਦਿੱਲੀ ਵਿੱਚ ਦੂਸਰੇ ਜਿਹੜੀਆਂ ਸੀਟਾਂ ਆਉਂਦੀਆਂ ਨੇ ਪੂਰਾ ਇੰਤਜ਼ਾਮ ਕੀਤਾ, ਜਦੋਂ ਬੱਚੇ ਉਤਰਦੇ ਨੇ ਨਾਲ ਦੀ ਨਾਲ ਉਹਨਾਂ ਨੂੰ ਟਿਕਟਾਂ ਰੇਲਵੇ ਦੀਆਂ, ਜੋ ਵੀ ਕਿਸੇ ਨੇ ਬੱਸਾਂ 'ਚ ਜਾਣਾ ਹੁੰਦਾ ਹੈ ਤੇ ਨਾਲ ਫੁੱਲਾਂ ਨਾਲ ਸਵਾਗਤ ਕੀਤਾ ਜਾਂਦਾ, ਪੂਰਾ ਸਰਕਾਰਾਂ ਦਾ ਉੱਥੇ ਇੰਤਜ਼ਾਮ ਹੈ। ਮਤਲਬ ਵੀ ਕੋਈ ਟੈਕਸੀ 'ਤੇ ਜਾਣਾ ਟੈਕਸੀ ਲਓ ਤੇ ਸਾਰਾ ਹਰੇਕ ਕਿਸਮ ਦਾ ਇੰਤਜ਼ਾਮ ਕੀਤਾ ਹੋਇਆ। ਪਰ ਆਪਣੇ ਪੰਜਾਬ ਦੇ ਬੱਚਿਆਂ ਨੇ ਕਿਹਾ ਕਿ ਸਾਨੂੰ ਬੜੀ ਨਿਰਾਸ਼ਾ ਹੋਈ। ਇੱਕ ਬੱਚੇ ਨੇ ਕਿਹਾ ਕਿ ਮੈਂ ਟੈਕਸੀ ਕਰਾਈ ਸੀ ਪਰ ਟੈਕਸੀ ਵਾਲਾ ਮੌਕੇ ਤੇ ਮੁੱਕ ਗਿਆ, ਕਹਿੰਦਾ ਮੈਂ ਤਾਂ ਜਾਂਦਾ ਨਹੀਂ। ਤੇ ਉਸ ਤੋਂ ਬਾਅਦ ਕਹਿੰਦਾ ਮੈਂ ਫਿਰ ਉਹ ਪੰਜਾਬ ਡੈਸਕ ਤੇ ਗਿਆ, ਉੱਥੇ ਸਾਰੀਆਂ ਕੁਰਸੀਆਂ ਖਾਲੀ ਪਈਆਂ ਸੀਗੀਆਂ, ਕਿਸੇ ਕੁਰਸੀ ਤੇ ਕੋਈ ਬੈਠਾ ਹੀ ਨਹੀਂ ਸੀਗਾ। ਤੇ ਫਿਰ ਉਹ ਕਹਿੰਦਾ ਵੀ ਸਾਨੂੰ ਤਾਂ ਕੁਝ ਮਿਲਿਆ ਨਹੀਂ। ਇੱਕ ਹੋਰ ਬੱਚੇ ਨੇ ਕਿਹਾ, ਕਹਿੰਦਾ ਵੀ ਮੈਂ ਜਾ ਕੇ ਜਦੋਂ ਮੈਂ ਗਿਆ ਉਦੋਂ ਉੱਥੇ ਕੁਝ ਅਧਿਕਾਰੀ ਸੀਗੇ, ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਨੂੰ ਜਹਾਜ਼ ਦੀ ਟਿਕਟ ਦੇ ਦਿਓ, ਮੈਂ ਅੰਮ੍ਰਿਤਸਰ ਜਾਣਾ ਹੈ ਇੱਥੋਂ ਦਿੱਲੀ ਤੋਂ। ਤਾਂ ਉਹ ਕਹਿੰਦੇ ਵੀ ਜਹਾਜ਼ ਦੀ ਟਿਕਟ ਤਾਂ ਹੈ ਨਹੀਂ, ਚਲੋ ਅਸੀਂ ਤੁਹਾਨੂੰ ਬੱਸ ਦੀ ਟਿਕਟ ਦੇ ਦਿੰਦੇ ਹਾਂ, ਬੱਸ ਦਾ ਵਾਊਚਰ ਦੇ ਦਿਆ। ਕਹਿੰਦੇ ਹੋਰ ਬੱਸ ਦਾ ਵਾਊਚਰ ਮੰਗਿਆ, ਉਹ ਤੋਂ ਵੀ ਮੁੱਕਰ ਗਏ ਸਾਡੇ ਕੋਲ ਤਾਂ ਜੀ, ਕਹਿੰਦੇ ਬੱਸ ਦਾ ਵਾਊਚਰ ਵੀ ਨਹੀਂ। ਮਤਲਬ ਇੱਕ ਸਰਕਾਰ ਇਸ ਵੇਲੇ ਪਾਪੂਲਰ ਸਰਕਾਰ ਹੈ ਨਹੀਂ ਤੇ ਉਸ ਦੇ ਕਰਕੇ ਮਤਲਬ ਵੀ ਕਰੋੜਾਂ ਰੁਪਏ ਖਰਚੇ ਨੇ ਇਹਨਾਂ ਲੋਕਾਂ ਨੇ, ਪੋਲੀਟੀਕਲ ਬੰਦਿਆਂ ਨੇ। ਮੈਂ ਦੇਖਿਆ ਹੈ ਵੀ ਇਹਨਾਂ ਨੇ ਪਾਣੀ ਵਾਂਗੂ ਬਹਾਇਆ ਹੈ ਪੈਸਾ। ਮੈਂ ਇੱਕ ਪਾਰਟੀ ਦੀ ਨਹੀਂ ਗੱਲ ਕਰਦਾ, ਸਾਰੀਆਂ ਪਾਰਟੀਆਂ ਨੇ ਕਰੋੜਾਂ ਰੁਪਏ। ਹੁਣ ਇਹ 2-4 ਲੱਖ ਰੁਪਇਆ ਉੱਥੇ ਬੱਚੇ ਜਿਹੜੇ ਆ ਰਹੇ ਨੇ ਉਹਨਾਂ ਦੀ ਇਕੱਠੀ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਦਿੱਲੀ ਨਹੀਂ ਲਾ ਸਕਦੇ। ਉਹਨਾਂ ਨੂੰ ਟਿਕਟਾਂ ਫਰੀ ਲੈ ਕੇ ਦੇ ਦਿਓ। ਤੁਸੀਂ ਕਰੋੜਾਂ ਰੁਪਇਆ ਇੰਨਾ ਵੇਸਟ ਕੀਤਾ ਇਲੈਕਸ਼ਨਾਂ 'ਚ, ਇੰਨੀ ਤੁਸੀਂ ਆਹ ਥਾਂ ਕੰਧਾਂ ਭਰੀਆਂ ਪਈਆਂ ਇਸ਼ਤਿਹਾਰਾਂ ਨਾਲ, ਥਾਂ ਝੰਡਿਆਂ ਨਾਲ ਝੰਡੇ ਲਾਏ ਹੋਏ ਸੀ ਤੁਸੀਂ ਲੋਕਾਂ ਦੀਆਂ ਕੰਧਾਂ ਤੇ ਕੋਠਿਆਂ ਤੇ। ਜਦੋਂ ਹੁਣ ਪੰਜਾਬ ਸਿਰ ਭੀੜ ਪਈ ਆ, ਪੰਜਾਬ ਦੇ ਬੱਚਿਆਂ ਸਿਰ ਭੀੜ ਪਈ ਆ, ਤੁਸੀਂ ਜਾ ਕੇ ਹੁਣ ਉੱਥੇ ਪਤਾ ਨਹੀਂ ਕਿੱਧਰ ਤੁਸੀਂ ਤੁਰੇ ਫਿਰਦੇ ਹੋ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਤੇ ਉਹ ਸਰਕਾਰ ਦਾ ਵੀ ਜਦੋਂ ਸਰਕਾਰ ਨਾ ਹੋਵੇ ਤੇ ਅਫਸਰਸ਼ਾਹੀ ਦਾ ਵੀ ਇਹੋ ਜਿਹੀ ਹਾਲ ਹੁੰਦਾ ਹੈ, ਉਹ ਅਫਸਰਸ਼ਾਹੀ ਵੀ ਬਿਆਨ ਦੇ ਛੱਡਦੀ ਹੈ। ਹਾਲਾਂਕਿ ਜਿਹੜੇ ਫਰੂਕੀ ਹੈਗੇ ਨੇ ਉਹ ਬੜੇ ਭਲੇ ਮਾਨਸ ਅਫਸਰ ਹੈਗੇ ਨੇ, ਡੀਜੀਪੀ, ਉਹਨਾਂ ਨੇ ਤਾਂ ਬਿਆਨ ਦਿੱਤਾ ਹੈ ਕਿ ਸਾਡੇ ਉੱਥੇ ਇੰਤਜ਼ਾਮ ਹੈਗੇ ਨੇ। ਪਰ ਪ੍ਰੈਕਟੀਕਲੀ ਬੱਚਿਆਂ ਨੇ ਜਿਹੜੀ ਗੱਲ ਦੱਸੀ, ਆਪਾਂ ਤਾਂ ਬੱਚਿਆਂ ਦੀ ਗੱਲ ਹੀ ਮੰਨਾਂਗੇ ਕਿ ਜਦੋਂ ਜਿਹੜੇ ਬੱਚੇ ਗਏ ਸੀ ਉੱਥੇ ਡੈਸਕ ਖਾਲੀ ਪਿਆ ਸੀ, ਜਦੋਂ ਉਹਨਾਂ ਨੂੰ ਕੋਈ ਉੱਥੇ ਸਾਂਭਣ ਵਾਲਾ ਹੀ ਹੈਗਾ ਨਹੀਂ, ਤਾਂ ਆਪਾਂ ਤਾਂ ਉਹਨਾਂ ਦੀ ਗੱਲ ਮੁਤਾਬਕ ਹੀ ਆਪਾਂ ਸਾਰੀ ਗੱਲ ਜਿਹੜੀ ਅਖਬਾਰਾਂ 'ਚ ਛਪੀ ਆ ਉਹਦੇ ਮੁਤਾਬਕ ਮੈਂ ਤੁਹਾਨੂੰ ਦੱਸ ਰਿਹਾ ਕਿ ਪਤਾ ਨਹੀਂ ਕਿਉਂ ਨਹੀਂ ਮੁੱਖ ਮੰਤਰੀ ਜਿਹੜੇ ਹੈਗੇ ਨੇ ਚੰਨੀ, ਉਹ ਪਤਾ ਨਹੀਂ ਕੀ ਕਰ ਰਹੇ ਨੇ। ਉਹਨਾਂ ਨੂੰ ਜਾਣਾ ਚਾਹੀਦਾ ਸੀ ਉੱਥੇ। ਕਿਹੜਾ ਇਲੈਕਸ਼ਨ ਕਮਿਸ਼ਨ ਰੋਕਦਾ ਇਸ ਗੱਲ ਤੇ? ਮੈਨੂੰ ਦੱਸੋ ਵੀ ਇਲੈਕਸ਼ਨ ਕਮਿਸ਼ਨ ਦੱਸੋ ਉੱਤੇ ਡਿੱਗਦਾ ਇਸ ਵੇਲੇ ਕਿ ਇਲੈਕਸ਼ਨ ਟੰਗ ਤੋੜ ਦੂਗਾ ਇਲੈਕਸ਼ਨ ਕਮਿਸ਼ਨ? ਇਹ ਕੋਈ ਨਾ ਤਾਂ ਇਲੈਕਸ਼ਨ ਦੀ ਵਾਇਲੇਸ਼ਨ ਹੈ। ਆਪਣੇ ਬੱਚਿਆਂ ਨੂੰ ਜਾ ਕੇ ਸੰਭਾਲਣਾ, ਉੱਥੇ ਉਹਨਾਂ ਦੇ ਵਾਸਤੇ ਇੰਤਜ਼ਾਮ ਕਰਨੇ, ਉੱਥੇ ਉਹਨਾਂ ਨੂੰ ਵੈਲਕਮ ਕਰਨਾ, ਇਹ ਕਿੰਨੀ ਕੁ ਮੇਰਾ ਖਿਆਲ ਹੈ ਕਿ ਇਸ ਕੰਮ ਵਾਸਤੇ ਇਲੈਕਸ਼ਨ ਕਮਿਸ਼ਨ ਕਦੇ ਵੀ ਮਨਾ ਨਹੀਂ ਕਰੇਗਾ। ਸੋ ਸਾਰੇ ਪੋਲੀਟੀਕਲ ਬੰਦੇ, ਕੋਈ ਕਹਿੰਦਾ ਆਪਣੇ ਮੱਥੇ ਰਗੜੇ ਤੁਰੇ ਫਿਰਦੇ ਨੇ, ਕੋਈ ਇੱਧਰ ਤੁਰਿਆ ਫਿਰਦਾ, ਕੋਈ ਸੈਰਾਂ ਕਰਨ ਨਿਕਲੇ ਹੋਏ ਨੇ। ਤੇ ਇਹ ਮਤਲਬ ਇਹਨਾਂ ਨੂੰ ਤਾਂ ਆਪਣਾ ਹਿੱਤ ਹੀ ਪਿਆਰਾ, ਇਹਨਾਂ ਲੋਕਾਂ ਨੂੰ। ਉਸੇ ਕਰਕੇ ਪੰਜਾਬ ਦੇ ਬੱਚੇ ਵਿਚਾਰੇ ਦਰ ਭਟਕਦੇ ਫਿਰਦੇ ਨੇ। ਕੋਈ ਆਸਟ੍ਰੇਲੀਆ ਤੁਰਿਆ ਫਿਰਦਾ ਹੈ, ਕੋਈ ਕੈਨੇਡਾ ਤੁਰਿਆ ਫਿਰਦਾ ਹੈ, ਕੋਈ ਅਮਰੀਕਾ ਤੁਰਿਆ ਫਿਰਦਾ ਹੈ, ਕੋਈ ਯੂਕਰੇਨ ਤੁਰਿਆ ਫਿਰਦਾ ਹੈ, ਕੋਈ ਜਾਰਜੀਆ ਵਿੱਚ ਹੈ, ਕੋਈ ਮਾਸਕੋ 'ਚ ਹੈ, ਕੋਈ ਚਾਈਨਾ ਤੁਰਿਆ ਫਿਰਦਾ ਹੈ। ਜਦੋਂ ਇੰਨੀਆਂ ਸਰਕਾਰਾਂ ਹੋਣ, ਇਹੋ ਜਿਹੇ ਸਾਡੇ ਰਾਜਨੀਤਿਕ ਲੋਕ ਹੋਣ, ਤਾਂ ਕੌਮਾਂ ਦੀ ਜਿਹੜੀ ਬੱਚਿਆਂ ਦੀ ਵੀ ਦੁਰਦਸ਼ਾ ਹੁੰਦੀ ਆ, ਉਹ ਹੋ ਰਹੀ ਆ। ਅਸੀਂ ਦੇਖ ਰਹੇ ਹਾਂ ਸਾਰਾ ਕੁਝ ਜੀ। ਸਰਬਜੀਤ ਧਾਲੀਵਾਲ ਜੀ, ਹੁਣ ਗੱਲ ਕਰਦੇ ਹਾਂ ਸੁਮੇਧ ਸੈਣੀ ਦੇ ਕੇਸ ਦੀ। ਜਿਹੜੀਆਂ ਤਾਜ਼ਾ ਖਬਰਾਂ ਆ ਰਹੀਆਂ ਨੇ, ਕਹਿੰਦੇ ਸੁਪਰੀਮ ਕੋਰਟ ਕਾਫੀ ਖਫਾ ਹੈ। ਜਿਹੜੀ ਹਾਈ ਕੋਰਟ ਨੇ ਉਹਨਾਂ ਦੀ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾਈ ਹੈ। ਉਹ ਕਹਿੰਦੇ ਕੇਸ ਰਜਿਸਟਰਡ ਹੋਇਆ ਹੈ ਤੇ ਗ੍ਰਿਫਤਾਰੀ ਹੋਈ ਨਹੀਂ, ਉਸ ਤੋਂ ਪਹਿਲਾਂ ਹੀ ਰੋਕ ਲਗਾ ਦਿੱਤੀ ਹੈਗੀ ਹੈ। ਸੋ ਇਸ ਗੱਲ ਨੂੰ ਲੈ ਕੇ ਸੁਪਰੀਮ ਕੋਰਟ ਖਫਾ ਹੈ। ਇਸ ਬਾਰੇ ਵਿਸਥਾਰ ਨਾਲ ਦੱਸੋ। ਇੱਕ ਤਾਂ ਪਹਿਲਾਂ ਕਿਹੜਾ ਕੇਸ ਦੀ ਗੱਲ ਹੈ ਇਹ, ਤੇ ਅਕਸਰ ਵੇਖਣ ਨੂੰ ਆਇਆ ਜਦੋਂ ਗ੍ਰਿਫਤਾਰੀ ਦੀ ਗੱਲ ਆਉਂਦੀ ਹੈ, ਸੁਮੇਧ ਸੈਣੀ ਨੇ ਪਹਿਲਾਂ ਹੀ ਜਾ ਕੇ ਅਦਾਲਤ 'ਚੋਂ ਸਟੇ ਲੈ ਆਉਂਦੇ ਨੇ। ਸੋ ਆਹ ਸੁਪਰੀਮ ਕੋਰਟ ਨੇ ਜੋ ਬਿਆਨ ਦਿੱਤਾ, ਇਸ ਦੀ ਕਾਫੀ ਚਰਚਾ ਛਿੜੀ ਹੋਈ ਹੈ ਜੀ। ਬਿਲਕੁਲ ਜੀ, ਸੁਪਰੀਮ ਕੋਰਟ ਨੇ ਬੜੀ ਝਾੜ ਪਾਈ ਹੈ ਇੱਕ ਤਰ੍ਹਾਂ ਦੀ। ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿਉਂਕਿ ਨਾਲੇ ਝਾੜ ਵੀ ਜਿਹੜੀ ਆਈ ਆ ਉਹ ਚੀਫ ਜਸਟਿਸ ਹੈਗੇ ਨੇ ਜਿਹੜੇ ਰਮੰਨਾ ਸਾਹਿਬ, ਉਹਨਾਂ ਵੱਲੋਂ ਆਈ ਹੈ। ਜਿਹੜਾ ਸੀਨੀਅਰ ਬੈਂਚ ਹੈਗਾ ਉੱਥੇ 3 ਜੱਜਾਂ ਦਾ ਬੈਂਚ ਸੀਗਾ, ਉਹਨਾਂ ਨੇ ਸੁਣੀ ਸੀ ਕੇਸ। ਇਹ ਕੇਸ ਇਸ ਤਰ੍ਹਾਂ ਸੀਗਾ ਕਿ ਕਾਫੀ ਦੇਰ ਪਹਿਲਾਂ ਜਦੋਂ ਗ੍ਰਿਫਤਾਰੀ ਦੀ ਕੋਸ਼ਿਸ਼ ਹੋ ਰਹੀ ਸੀ ਸੁਮੇਧ ਸਿੰਘ ਸੈਣੀ ਦੀ, ਆਪਣਾ ਕਾਂਗਰਸ ਸਰਕਾਰ ਵੇਲੇ ਜਦੋਂ ਕੇਸ ਦਰਜ ਵਗੈਰਾ ਕੀਤਾ ਸੀ ਉਹਦੇ ਖਿਲਾਫ ਤੇ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਤਾਂ ਫਿਰ ਕੋਰਟ 'ਚ ਉਹਨਾਂ ਨੂੰ ਬੜੀ ਇੱਕ ਪ੍ਰੋਟੈਕਸ਼ਨ ਮਿਲੀ ਸੀ। ਉਦੋਂ ਵੀ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਸੀ। ਹਾਈ ਕੋਰਟ ਨੇ ਜਿਹੜੀ ਪ੍ਰੋਟੈਕਸ਼ਨ ਦਿੱਤੀ ਸੀ ਕਿ ਇਹਨਾਂ ਦੀ ਜਿਹੜੇ ਮੌਜੂਦਾ ਕੇਸ ਹੈਗੇ ਨੇ ਉਹਨਾਂ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋ ਸਕਦੀ। ਗਾਹਾਂ ਉਹਨਾਂ ਨੇ ਕਾਫੀ ਲੰਬੀ ਡੇਟ ਪਾਤੀ ਸੀਗੀ ਫਰਵਰੀ ਦੀ, ਤੇ ਨਾਲ ਉਹਨੇ ਕਹਿਤਾ ਸੀਗਾ ਕਿ ਜਿਹੜੇ ਹੋਰ ਕੇਸ ਵੀ ਰਜਿਸਟਰ ਕੀਤੇ ਜਾਣਗੇ ਇਹਨਾਂ ਦੇ ਖਿਲਾਫ। ਮਤਲਬ ਫਰਕ ਕਰੋ, ਜੇ ਕੋਈ ਮਰਡਰ ਦਾ ਕੇਸ ਵੀ ਹੋ ਜਾਂਦਾ ਵੀ ਉਹ 'ਚ ਵੀ ਗ੍ਰਿਫਤਾਰੀ ਨਹੀਂ ਹੋਏਗੀ, ਮਤਲਬ ਜਾਂ ਕੋਈ ਹੋਰ ਵੱਡੀ ਸੰਗੀਨ ਘਟਨਾ ਹੋ ਜਾਂਦੀ ਉਹ 'ਚ ਵੀ ਗ੍ਰਿਫਤਾਰੀ ਨਹੀਂ ਹੋਏਗੀ। ਇਸ ਤਰ੍ਹਾਂ ਦੀ ਜਿਹੜੀ ਬਲੈਂਕਟ ਪ੍ਰੋਟੈਕਸ਼ਨ ਦੇਣੀ ਹੁੰਦੀ ਹੈ, ਅਨਕੰਡੀਸ਼ਨਲ,
ਉਹਦੇ ਬਾਰੇ ਜਿਹੜੀ ਟਿੱਪਣੀ ਕੀਤੀ ਹੈਗੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਤਾਂ ਕਦੇ ਸੁਣੇ ਹੀ ਨਹੀਂ, ਇਹ ਤਾਂ ਕਦੇ ਜੱਗ ਜਹਾਨ 'ਚ ਗੱਲ ਹੀ ਨਹੀਂ ਹੋਈ। ਇਹ ਕਿਹੜੇ ਕਾਨੂੰਨ ਥੱਲੇ ਦਿੱਤੀ ਹੈ ਹਾਈ ਕੋਰਟ ਨੇ? ਮਤਲਬ ਬਹੁਤ ਸਖਤ ਟਿੱਪਣੀਆਂ ਕੀਤੀਆਂ ਨੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ। ਨਾਲ ਫਿਰ ਉਹਨੇ ਗੁੱਸੇ 'ਚ ਆ ਕੇ ਮਤਲਬ ਜੋ ਕਹਿ ਸਕਦੇ ਕਿ ਉਹਨਾਂ ਨੇ ਇਸ ਗੱਲ ਤੋਂ ਦੁਖੀ ਹੋ ਕੇ ਵੀ ਕੀ ਹੋ ਰਿਹਾ ਹੈ, ਮਤਲਬ ਹਾਈ ਕੋਰਟ 'ਚ ਹੋਇਆ ਕੀ ਹੈ। ਉਹ ਸਿੰਗਲ ਜੱਜ ਸੀਗਾ ਜਿਨ੍ਹਾਂ ਨੇ ਦਿੱਤੀ ਸੀ ਇਹਨਾਂ ਨੂੰ ਇੱਥੇ ਆਪਣਾ ਪ੍ਰੋਟੈਕਸ਼ਨ, ਪਹਿਲਾਂ ਵੀ ਦਿੱਤੀ ਸੀ, ਆ ਪਰਸੋਂ 'ਚ ਉੱਥੇ ਫੇਰ ਦਿੱਤੀ ਸੀ, ਉਹ ਵਧਾ ਦਿੱਤੀ ਸੀ, ਮੇਰਾ 20 ਅਪ੍ਰੈਲ ਤੱਕ ਕਰਤੀ ਸੀ ਉਹ ਪ੍ਰੋਟੈਕਸ਼ਨ ਜਿਹੜੀ ਸੀਗੀ। ਤੋ ਉਹਦੇ 'ਚ ਫਿਰ ਸੁਪਰੀਮ ਕੋਰਟ ਨੇ ਕਿਹਾ ਹੈ, ਆਪਣੇ ਚੀਫ ਜਸਟਿਸ ਸਾਹਿਬ ਜਿਹੜੇ ਹੈਗੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਨਿੱਜੀ ਤੌਰ ਤੇ ਕੇਸ ਨੂੰ ਦੇਖੋ, ਇਹਦੇ ਬਾਰੇ ਤੁਰੰਤ ਫੈਸਲਾ ਕਰਨ ਵਾਸਤੇ ਕੋਈ ਨਵਾਂ ਜੱਜ ਲਾਓ। ਜਿਹੜਾ ਪੁਰਾਣਾ ਜੱਜ ਹੈ ਉਹ ਤੋਂ ਇਹ ਕੇਸ ਵਾਪਸ ਲੈ ਲਓ, ਜਿਹਨੇ ਪ੍ਰੋਟੈਕਸ਼ਨ ਦਿੱਤੀ ਸੀ ਉਹ ਤੋਂ ਕੇਸ ਵਾਪਸ ਲਿਆ ਜਾ ਰਿਹਾ। ਹੁਣ ਨਵਾਂ ਜੱਜ ਲਾਇਆ ਜਾਏਗਾ ਤੇ ਮੇਰਾ ਖਿਆਲ ਹੈ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਕਿਹਾ ਉਹਨਾਂ ਨੂੰ ਕਿ ਇਹਦੇ ਬਾਰੇ ਜਿਹੜੀ ਵੀ ਕਾਰਵਾਈ ਬਣਦੀ ਹੈਗੀ ਉਹ ਕਰੋ। ਪੰਜਾਬ ਗਵਰਨਮੈਂਟ ਜਿਹੜੀ ਇੱਥੇ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਸੀ ਉਹਦੇ ਖਿਲਾਫ ਸੁਪਰੀਮ ਕੋਰਟ 'ਚ ਗਈ ਸੀ ਤੇ ਉਹਦੀ ਸੁਣਵਾਈ ਫਿਰ ਕੱਲ ਹੋਈ, ਜਿਹਦੇ 'ਚ ਇਹ ਟਿੱਪਣੀਆਂ ਸਾਹਮਣੇ ਆਈਆਂ ਨੇ। ਸੋ ਇਹ ਕਹਿੰਦਾ ਮੇਰਾ ਖਿਆਲ ਹੈ ਕਿ ਹਾਲੇ ਸੁਪਰੀਮ ਕੋਰਟ ਨੇ ਕੇਸ ਕਲੋਜ਼ ਨਹੀਂ ਕੀਤਾ। ਇਹਦੇ ਵਿੱਚ ਹੋਰ ਵੀ ਮੇਰਾ ਖਿਆਲ ਹੈ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਕੋਈ ਸਖਤ ਫੈਸਲਾ ਜਿਹੜੀ ਸੁਪਰੀਮ ਕੋਰਟ ਇਹਦੇ ਬਾਰੇ ਅਨਾਉਂਸ ਕਰੇ, ਜਾਂ ਕੋਈ ਇੱਕ ਜਿਹਨੂੰ ਕਹਿੰਦੇ ਹੈ ਕਿ ਆਪਾਂ ਗਾਈਡਲਾਈਨ ਸਥਾਪਿਤ ਕਰੇ ਕਿ ਕਿਸ ਤਰ੍ਹਾਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਅਨਕੰਡੀਸ਼ਨਲ ਜਿਹਨੂੰ ਕਹਿ ਸਕਦੇ ਹਾਂ ਕਿ ਜਿਹੜੀ ਬਲੈਂਕਟ ਪ੍ਰੋਟੈਕਸ਼ਨ ਹੈਗੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਦਿੱਤੀ ਜਾ ਸਕਦੀ ਹੈ ਨਹੀਂ ਜਾ ਸਕਦੀ, ਜਾਂ ਉਹਦੇ ਬਾਰੇ ਕੀ ਪੁਰਾਣੀਆਂ ਜਿਹੜੀਆਂ ਜੱਜਮੈਂਟਸ ਕੀ ਕਹਿੰਦੀਆਂ ਨੇ ਜਾਂ ਕਾਨੂੰਨ ਕੀ ਕਹਿੰਦਾ, ਇਹਦੇ ਬਾਰੇ ਕੋਈ ਨਾ ਕੋਈ ਸੁਪਰੀਮ ਕੋਰਟ ਮੇਰਾ ਖਿਆਲ ਕੋਈ ਨਾ ਕੋਈ ਅਥਾਰਟੀ ਜ਼ਰੂਰ ਆਪਣੀ ਜੱਜਮੈਂਟ ਜਿਹੜਾ ਇਹ ਕੇਸ ਚੱਲਦਾ ਚ ਲੈ ਕਰੀ, ਕਿਉਂਕਿ ਉਹਨਾਂ ਨੇ ਕਲੋਜ਼ ਨਹੀਂ ਕੀਤਾ। ਉਹ ਕਹਿੰਦੇ ਕਿ ਅਸੀਂ ਅਗਲੀ ਸੁਣਵਾਈ ਵਾਸਤੇ ਕੇਸ ਰੱਖਿਆ ਹੋਇਆ। ਫਿਲਹਾਲ ਉਹਨਾਂ ਨੇ ਕਿਹਾ ਕਿ ਜਿਹੜੇ ਹਾਈ ਕੋਰਟ ਦੇ ਜੱਜ ਹੈਗੇ ਨੇ ਚੀਫ ਜਸਟਿਸ, ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਤੁਰੰਤ ਇਹਦੇ ਕਾਰਵਾਈ ਕਰੋ, ਇਹਦਾ ਕੇਸ ਵਾਪਸ ਪੁਰਾਣੇ ਜੱਜ ਤੋਂ ਜਿਹੜਾ ਪਹਿਲੇ ਕੇਸ ਜਿਹਨੇ ਦਿੱਤੀ ਸੀ ਪ੍ਰੋਟੈਕਸ਼ਨ ਉਹ ਤੋਂ ਕੇਸ ਵਾਪਸ ਲਓ, ਕਿਸੇ ਹੋਰ ਜੱਜ ਨੂੰ ਦੇ ਕੇ ਤੇ ਉਹਨੂੰ ਕਹੋ ਕਿ 2 ਹਫ਼ਤੇ ਦੇ ਅੰਦਰ ਜੇ ਵੀ ਮਸਲੇ ਹੈਗੇ ਨੇ, ਜਿਹੜੇ ਵੀ ਮਾਮਲੇ ਹੈਗੇ ਨੇ, ਜੋ ਸਟੇਟ ਗਵਰਨਮੈਂਟ ਨੇ ਪਟੀਸ਼ਨ ਵਗੈਰਾ ਦਾਖਲ ਕੀਤਾ ਸੀਗਾ ਉਹ ਤੇ ਆਪਣਾ ਕੋਈ ਨਾ ਕੋਈ ਨਿਰਣਾ ਕਰਕੇ ਉਹਦੇ ਬਾਰੇ ਕੋਈ ਆਪਣਾ ਵਰਡਿਕਟ ਦੇਣ, ਜੱਜਮੈਂਟ ਦੇਣ। ਜੀ ਇਹ ਕੇਸ ਕਿਹੜਾ ਸੀਗਾ ਜਿਹਦੇ ਸਬੰਧ ਵਿੱਚ ਹੁਣ ਸਟੇ ਦਿੱਤੀ ਹੈ ਗ੍ਰਿਫਤਾਰੀ ਦੇ ਲਈ? ਇਹਦੇ ਬਹੁਤ ਸਾਰੇ ਕੇਸ ਨੇ, ਇਕੱਲਾ ਇੱਕ ਕੇਸ ਨਹੀਂ ਹੈਗਾ। ਮਤਲਬ ਵੀ ਇੱਕ ਸਿਰਫ ਜਿਹੜਾ ਮੁਲਤਾਨੀ ਵਾਲਾ ਲੜਕੇ ਦੀ ਡੈਥ ਹੋਈ ਸੀ, ਮੁਲਤਾਨੀ ਲੜਕਾ ਸੀਗਾ, ਉਹਦਾ ਕੇਸ ਤਾਂ ਹਾਲੇ ਸੁਪਰੀਮ ਕੋਰਟ 'ਚ ਵੈਸੇ ਹੀ ਚੱਲਦਾ ਹੈ। ਉਸ ਤੋਂ ਬਿਨਾਂ ਹੋਰ ਬਹੁਤ ਸਾਰੇ ਜਿਹੜੇ ਆਪਣਾ ਅਸੈਟਸ ਦਾ ਕੇਸ ਹੈਗਾ ਸੀਗਾ, ਜਿਹੜੇ ਕਹਿੰਦੇ ਡਿਸਕਲੋਜ਼ ਨਹੀਂ ਕੀਤੇ ਹੋਏ, ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਆਮਦਨ ਤੋਂ ਵੱਧ ਜਿਹੜੇ ਕਹਿੰਦੇ ਤੁਹਾਡੇ ਕੋਲ ਅਸੈਟਸ ਵਗੈਰਾ ਹੋਣ, ਉਹਨਾਂ ਦਾ ਕੇਸ ਸੀਗਾ। ਇੱਕ ਕੋਠੀ ਦਾ ਕੇਸ ਚੱਲਦਾ ਹੈਗਾ, ਜਿਹੜੀ ਕੋਠੀ ਵਿੱਚ ਉਹ ਰਹਿੰਦੇ ਨੇ, ਉਹ ਕੋਠੀ ਬਾਰੇ ਵੀ ਕਾਫੀ ਰੌਲਾ ਗੋਲਾ ਪਿਆ ਹੋਇਆ ਸੀ, ਉਹਦੇ ਬਾਰੇ ਵੀ ਕੇਸ ਚੱਲਦਾ। ਸੋ ਕਈ ਤਰ੍ਹਾਂ ਦੇ ਕੇਸ ਹੈਗੇ ਨੇ ਜਿਹੜੇ ਕਿ ਚੱਲ ਰਹੇ ਨੇ। ਤੋ ਇਹ ਕੇਸਾਂ ਦੇ ਖਿਲਾਫ ਜਿਹੜੇ ਉਦੋਂ ਪੰਜਾਬ ਸਰਕਾਰ ਇਹਨਾਂ ਨੂੰ ਮਤਲਬ ਉਹਨੇ ਇੱਕ ਤਰ੍ਹਾਂ ਦਾ ਇੱਕ ਪੂਰਾ ਬਣਾ ਲਿਆ ਸੀ ਕਿ ਸੈਣੀ ਸਾਹਿਬ ਨੂੰ ਅਰੈਸਟ ਕੀਤਾ ਜਾਏਗਾ। ਉਹਨਾਂ ਦੇ ਘਰੇ ਵੀ ਪੁਲਿਸ 2-3 ਵਾਰਾਂ ਗਈ ਸੀ, ਪੁਲਿਸ ਉਦੋਂ ਮਿਲੀ ਨਹੀਂ, ਕਈ ਵਾਰੀ ਉਹ ਕਾਫੀ ਦੇਰ ਲੋਕੇ ਰਹੇ ਬਾਅਦ ਵਿੱਚ, ਪਰ ਉਹਨਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ, ਫੇਰ ਹੀ ਉਹ ਪ੍ਰਗਟ ਹੋਏ। ਤੇ ਉਹ ਹਾਈ ਕੋਰਟ ਨੇ ਜਿਹੜੀ ਮਤਲਬ ਦਿੱਤੀ ਸੀ, ਜਿਹਨਾਂ ਨੂੰ ਬਲੈਂਕਟ ਬੇਲ ਜਿਹਨੂੰ ਕਹਿ ਸਕਦੇ ਹਾਂ ਕਿ ਗ੍ਰਿਫਤਾਰੀ ਦੇ ਅਗੇਂਸਟ ਜਿਹੜਾ ਦਿੱਤਾ ਸੀ, ਜੱਜਮੈਂਟ ਕੀਤੀ ਸੀ, ਉਹਦੇ ਖਿਲਾਫ ਸੁਪਰੀਮ ਕੋਰਟ 'ਚ ਪੰਜਾਬ ਗਵਰਨਮੈਂਟ ਗਈ ਸੀ। ਜਿਹੜੇ ਆਪਣੇ ਏਜੀ ਪੰਜਾਬ ਹੈਗੇ ਪਤਵਾਲੀਆ ਸਾਹਿਬ, ਉਹਨਾਂ ਨੇ ਆਰਗੂ ਕੀਤਾ ਸੀਗਾ। ਸੈਣੀ ਸਾਹਿਬ ਵੱਲੋਂ ਜਿਹੜੇ ਰੋਹਤਗੀ ਸਾਹਿਬ ਹੈਗੇ ਬਹੁਤ ਵੱਡੇ ਵਕੀਲ ਹੈਗੇ, ਇੰਡੀਆ ਦੇ ਸੋਲਿਸਿਟਰ ਜਨਰਲ ਵੀ ਰਹੇ ਨੇ, ਉਹਨਾਂ ਨੇ ਆਰਗੂ ਕੀਤਾ ਸੀਗਾ। ਪਰ ਜਿਹੜੀ ਪੰਜਾਬ ਗਵਰਨਮੈਂਟ ਦੀ ਗੱਲ ਸੁਣਦੇ ਹੋਏ ਜਿਹੜੀਆਂ ਇਹ ਟਿੱਪਣੀਆਂ ਸੁਪਰੀਮ ਕੋਰਟ ਨੇ ਕੀਤੀਆਂ ਕਿ ਇਸ ਤਰ੍ਹਾਂ ਦੀ ਕਿਵੇਂ ਬਲੈਂਕਟ ਬੇਲ ਦਿੱਤੀ ਜਾ ਸਕਦੀ ਹੈ ਕਿਸੇ ਬੰਦੇ ਨੂੰ, ਜਿਹੜੇ ਕੇਸ ਹਲੇ ਰਜਿਸਟਰ ਨਹੀਂ ਹੋਏ, ਉਹਨਾਂ ਦੇ ਖਿਲਾਫ ਤੁਸੀਂ ਅਰੈਸਟ ਕਿਵੇਂ ਰੋਕ ਸਕਦੇ ਹੋ। ਸੋ ਇਹ ਸਾਰਾ ਕੇਸ ਇਸ ਤਰ੍ਹਾਂ ਦਾ ਮਸਲਾ ਸੀਗਾ ਜੀ। ਸਰਬਜੀਤ ਧਾਲੀਵਾਲ ਜੀ, ਖਬਰਾਂ ਆ ਰਹੀਆਂ ਨੇ ਵੀ ਜਿਹੜਾ ਰਾਜ ਭਵਨ ਹੈ ਉਸ ਦੇ ਬਾਹਰ ਕਿਸਾਨਾਂ ਨੇ ਬੜਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ, ਭੜਕੇ ਹੋਏ ਸੀ ਕਿਸਾਨ ਪੂਰੀ ਤਰ੍ਹਾਂ। ਕੋਈ ਰਾਜਪਾਲ ਦੇ ਨਾਲ ਪੰਗਾ ਪਿਆ ਸੀਗਾ ਇਹਨਾਂ ਦਾ, ਕਿਸਾਨਾਂ ਦਾ ਕੀ ਮਾਮਲਾ ਕੀ ਸੀਗਾ? ਮਸਲਾ BVMB ਸੀਗਾ ਜੀ, ਤੇ ਹੋਰ ਵੀ 3-4 ਮਸਲੇ ਸੀਗੇ ਉਹਦੇ ਵਿੱਚ। ਜਿਹੜੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਹੈਗੀਆਂ, ਉਹ ਜਿਹੜਾ ਇਤਿਹਾਸ ਵਿੱਚ ਤੋੜ ਮਰੋੜ ਹੋਈ ਆ, ਉਹ ਮਸਲਾ ਸੀਗਾ। ਆਪਾਂ ਮਸਲੇ ਵੱਲ ਬਾਅਦ ਆਉਂਦੇ ਆ, ਬਾਅਦ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਹੋਇਆ ਕੀ ਕੱਲ। ਇਹ ਸਾਰੀਆਂ ਜਥੇਬੰਦੀਆਂ ਨੇ ਕੱਲ ਫੈਸਲਾ 7 ਦਿਨ ਪਹਿਲਾਂ ਇੱਕ ਨੋਟਿਸ ਦਿੱਤਾ ਸੀਗਾ ਗਵਰਨਰ ਨੂੰ, ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਅਸੀਂ ਤੁਹਾਨੂੰ 4 ਤਰੀਕ ਨੂੰ 4 ਮਾਰਚ ਨੂੰ ਇੱਕ ਮੈਮੋਰੈਂਡਮ ਦੇਣਾ ਚਾਹੁੰਦੇ ਹੈਗੇ ਆ, ਤੇ ਤੁਸੀਂ ਸਾਡਾ ਮੈਮੋਰੈਂਡਮ ਮਤਲਬ ਮਨਜ਼ੂਰ ਕਰੋ। ਤੇ ਸਮਾਂ ਮੰਗਿਆ ਸੀ ਉਹਦੇ ਵਾਸਤੇ, ਇੱਕ ਅਪਾਇੰਟਮੈਂਟ ਆ ਜਿਹੜਾ ਕਿ ਇੱਕ ਰਿਵਾਜ ਹੈਗਾ, ਉਹ ਅਪਾਇੰਟਮੈਂਟ ਲੈਣੀ ਪੈਂਦੀ ਹੈਗੀ ਗਵਰਨਰ ਸਾਹਿਬ ਤੋਂ। ਤਾਂ ਕੱਲ ਫਿਰ ਇਹਨਾਂ ਨੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੀਗੀਆਂ, ਮਤਲਬ 22 ਦੀਆਂ 22, ਉਹਨਾਂ ਵਿੱਚ ਬਲਵੀਰ ਸਿੰਘ ਰਾਜੇਵਾਲ ਕਹਿ ਲਓ, ਰੁਲਦੂ ਸਿੰਘ ਬਾਂਸਲ ਕਹਿ ਲਓ,
ਜਿਹੜੀਆਂ ਵੱਡੀਆਂ ਜਥੇਬੰਦੀਆਂ ਹੈਗੀਆਂ ਉਹਦੇ ਵਿੱਚ ਆਪਣਾ ਕਾਦੀਆਂ ਸਾਹਿਬ ਸੀਗੇ ਤੇ ਨਾਲ ਹੀ ਕਹਿੰਦਾ ਉਹਨਾਂ ਦੇ ਆਪਣਾ ਬੁਰਜਗਿੱਲ ਸੀਗੇ, ਬੂਟਾ ਸਿੰਘ ਬੁਰਜਗਿੱਲ, ਵਜੀਦਪੁਰ ਸੀਗੇ। ਇਹ ਸਾਰੀਆਂ ਜਥੇਬੰਦੀਆਂ ਨੇ 22 ਦੀਆਂ 22 ਜਿਹੜਾ ਇਹਨਾਂ ਦਾ ਗਰੁੱਪ ਹੈਗਾ ਤਕੜਾ ਇੱਕ, ਜਿਨ੍ਹਾਂ ਨੇ ਇਲੈਕਸ਼ਨ ਵੀ ਲੜੀ ਸੀ, ਇਲੈਕਸ਼ਨ ਲੜਨ ਵਿੱਚ ਦੇ ਹੱਕ ਵਿੱਚ ਜਿਹੜੀਆਂ ਭੁਗਤੀਆਂ ਸੀਗੀਆਂ, ਉਹ ਸਾਰੀਆਂ ਇੱਕ ਥਾਂ ਤੇ ਇਕੱਠੀਆਂ ਹੋਈਆਂ ਸੀਗੀਆਂ। ਉਹਨਾਂ ਨੇ ਪੰਜਾਬ ਕਿਸਾਨ ਭਵਨ ਪਹਿਲਾਂ ਉਹ ਇਕੱਠੇ ਹੋਏ ਤੇ ਉਹਨਾਂ ਨੇ ਫਿਰ ਉੱਥੋਂ ਜਾਣ ਵਾਸਤੇ ਗਵਰਨਰ ਭਵਨ ਵਾਸਤੇ ਸਮਾਂ ਕੋਈ ਨਹੀਂ ਮਿਲਿਆ। ਅਪਾਇੰਟਮੈਂਟ ਉਹਨਾਂ ਨੇ ਏਡੀਸੀ ਨੂੰ ਦੋ ਤਿੰਨ ਵਾਰੀ ਉੱਥੋਂ ਕਿਸਾਨ ਭਵਨ ਚੋਂ ਵੀ ਫੋਨ ਕੀਤਾ, ਕਿਹਾ ਕਿ ਸਾਨੂੰ ਸਮਾਂ ਦਿਓ, ਕੋਈ ਸਮਾਂ ਨਾ ਆਇਆ ਜੀ। ਤੂੰ ਮਤਲਬ ਇੱਕ ਜੋ ਟਾਲ ਮਟੋਲ ਜੀ ਚੱਲਦੀ ਰਹੀ। ਤੇ ਫਿਰ ਕਿਸਾਨਾਂ ਨੇ ਆਖਿਆ ਵੀ ਕੋਈ ਗੱਲ ਨਹੀਂ, ਜੇ ਸਮਾਂ ਨਹੀਂ ਮਿਲਦਾ ਤਾਂ ਕੋਈ ਇਹ ਤਾਂ ਨਹੀਂ ਹੈਗਾ ਵੀ ਰਾਜਪਾਲ ਨੂੰ ਕੋਈ ਮਿਲਣਾ ਔਖਾ ਹੈ, ਵੀ ਘੱਟੋ ਘੱਟ ਅਸੀਂ ਬਾਹਰ ਜਾ ਕੇ ਉੱਥੇ ਆਪਣਾ ਕਹਿੰਦਾ ਫੜਾਇਆਵਾਂਗੇ ਮੈਮੋਰੈਂਡਮ ਮੰਗ ਪੱਤਰ ਜੋ ਵੀ ਹੈਗਾ। ਤਾਂ ਉਹ ਜਦੋਂ ਕਿਸਾਨ ਭਵਨ ਤੋਂ ਬਾਹਰ ਨਿਕਲੇ, ਇੱਕ ਦੋ ਗੱਡੀਆਂ ਤਾਂ ਲੰਘ ਗਈਆਂ ਤੇ ਬਾਕੀ ਉੱਥੇ 15-20 ਪੁਲਿਸ ਵਾਲੇ ਸੀਗੇ, ਕਹਿੰਦੇ ਉਹਨਾਂ ਨੇ ਦੂਜੀਆਂ ਗੱਡੀਆਂ ਨੂੰ ਰੋਕ ਲਿਆ। ਉਹ ਦੂਜੇ ਜਦੋਂ ਗੱਡੀਆਂ ਨੂੰ ਰੋਕ ਲਿਆ ਕਿਸਾਨਾਂ ਦੀਆਂ ਨੂੰ, ਤਾਂ ਫਿਰ ਕਿਸਾਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਸਾਨੂੰ ਕਿਉਂ ਰੋਕ ਰਹੇ, ਤਾਂ ਸਾਰੇ ਉੱਥੇ ਆਪਣਾ ਜਾ ਰਹੇ ਆ ਰਾਜ ਭਵਨ, ਅਸੀਂ ਤਾਂ ਮੈਮੋਰੈਂਡਮ ਦੇਣਾ ਹੈਗਾ। ਤਾਂ ਜਦੋਂ ਉਹਨਾਂ ਰੋਕਿਆ ਤੇ ਪੁਲਿਸ ਵਾਲੇ ਕਹਿੰਦੇ ਤੁਸੀਂ ਨਹੀਂ ਜਾ ਸਕਦੇ, ਸਿਰਫ 5 ਬੰਦੇ ਹੀ ਜਾ ਸਕਦੇ ਨੇ ਜਾਂ 4 ਬੰਦੇ ਜਾ ਸਕਦੇ ਨੇ, ਅਸੀਂ 4 ਬੰਦਿਆਂ ਨੂੰ ਅਲਾਉ ਕਰਾਂਗੇ। ਪਰ ਕਿਸਾਨਾਂ ਨੇ ਉੱਥੇ ਧਰਨਾ ਲਾਤਾ ਕਿਸਾਨ ਭਵਨ ਦੇ ਸਾਹਮਣੇ। ਜਿਹੜੀ ਕਿਸਾਨ ਭਵਨ ਦੇ ਸਾਹਮਣੇ ਰੋਡ ਜਾਂਦੀ ਹੈ ਚੰਡੀਗੜ੍ਹ ਵਿੱਚ, ਉਹ ਬੜੀ ਬਿਜ਼ੀ ਰੋਡ ਹੈ, ਮੇਨ ਰੋਡ ਹੈਗੀ ਉਹ। ਉੱਥੇ ਤਾਂ ਮਤਲਬ 1 ਮਿੰਟ ਵਿੱਚ ਹੀ ਜਿਹੜੀ ਇਹ ਸੈਂਕੜੇ ਗੱਡੀਆਂ ਇਕੱਠੀਆਂ ਹੋ ਜਾਂਦੀਆਂ 2 ਮਿੰਟਾਂ ਵਿੱਚ ਹੀ। ਛੋਟੀ ਜੀ ਮਤਲਬ ਉਹ ਤਾਂ ਧੁਰ ਤੱਕ ਅੱਧਾ ਘੰਟਾ ਕਿਸਾਨ ਉੱਥੇ ਧਰਨਾ ਲਾ ਕੇ ਬੈਠੇ ਰਹੇ ਤੇ ਉਹ ਤਾਂ ਧੁਰ ਤੱਕ ਉੱਥੇ ਜੀਰਕਪੁਰ ਤੱਕ ਜਾਮ ਲੱਗ ਗਿਆ, ਪੂਰਾ ਵੱਡਾ ਜਾਮ ਲੱਗ ਗਿਆ ਇੱਕਦਮ ਪਿੱਛੋਂ ਤੱਕ। ਤੋਂ ਉਦੋਂ ਬਾਅਦ ਫਿਰ ਕਿਸਾਨਾਂ ਨੇ ਗੱਲਬਾਤ, ਕਿਸਾਨਾਂ ਨਾਲ ਪੁਲਿਸ ਨੇ ਗੱਲਬਾਤ ਕੀਤੀ ਕਿ ਚਲੋ ਨਹੀਂ, ਅਸੀਂ ਤੁਹਾਨੂੰ ਉੱਥੇ ਲੈ ਚੱਲਦੇ ਹਾਂ ਰਾਜ ਭਵਨ, ਤੁਹਾਨੂੰ ਉੱਥੇ ਮਿਲਾ ਦਿਆਂਗੇ। ਕਿਸਾਨ ਮੰਨ ਗਏ ਤੇ ਕਿਸਾਨ ਚਲੇ ਗਏ ਨਾਲ। ਉੱਥੇ ਜਾ ਕੇ ਫੇਰ ਟਾਲ ਮਟੋਲ ਸ਼ੁਰੂ ਹੋ ਗਈ ਜੀ। ਸਿਰਫ ਬਾਕੀ ਤੁਸੀਂ ਬਾਹਰ ਖੜ ਜਾਓ, ਅੰਦਰ ਸਿਰਫ 4-5 ਬੰਦੇ ਹੀ ਜਾ ਸਕਦੇ ਨੇ। ਹਾਂਜੀ, ਉਹ ਫੇਰ ਕਿਸਾਨ ਨੇ ਕਿਹਾ ਕਿ ਨਾ ਅਸੀਂ ਜਾਵਾਂਗੇ ਤਾਂ ਜਾਵਾਂਗੇ 22 ਦੇ 22, ਨਹੀਂ ਤਾਂ ਅਸੀਂ ਨਹੀਂ ਜਾਂਦੇ। ਫਿਰ ਅੰਦਰੋਂ ਕਹਿੰਦਾ ਲਿਸਟਾਂ ਜਿਹੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਕਿ ਜੀ ਲਿਸਟ ਬਣਾਉਣੇ ਆ, ਟਾਲ ਮਟੋਲ। ਫਿਰ 15 ਮਿੰਟ ਦਾ ਇਹਨਾਂ ਨੇ ਅਲਟੀਮੇਟ ਦੇ ਦਿੱਤਾ ਰਾਜੇਵਾਲ ਨੇ ਕਿ 15 ਮਿੰਟਾਂ ਦੇ ਅੰਦਰ ਫੈਸਲਾ ਲੈ ਲਓ, ਜੇ ਤੁਸੀਂ ਫੈਸਲਾ ਲਓਗੇ ਫਿਰ ਅਸੀਂ ਇੱਥੇ ਧਰਨਾ ਮਾਰਾਂਗੇ। ਜਦੋਂ ਕੋਈ ਅੰਦਰੋਂ ਕੋਈ ਰਿਸਪੌਂਸ ਨਾ ਆਇਆ, ਸਮਾਂ ਨਾ ਮਿਲਿਆ, ਫਿਰ ਕਿਸਾਨਾਂ ਨੇ ਉੱਥੇ ਹੀ ਬਾਹਰ ਹੀ ਕਹਿੰਦਾ ਨਾਅਰੇਬਾਜ਼ੀ ਸ਼ੁਰੂ ਕਰਤੀ। ਧਰਨਾ ਵੀ ਮਤਲਬ ਵੀ ਕਹਿੰਦਾ ਜਿਹੜਾ ਮੈਮੋਰੈਂਡਮ ਸੀਗਾ ਉਹਦੇ ਵੀ ਜੁੱਤੀਆਂ ਮਾਰੀਆਂ, ਜੁੱਤੀਆਂ ਕੱਢ ਕੇ ਰਾਜੇਵਾਲ ਨੇ ਆਪਣੀ ਜੁੱਤੀ ਕੱਢੀ ਤੇ ਸੜਕ ਤੇ ਧਰ ਕੇ ਮੈਮੋਰੈਂਡਮ ਦੀ ਜੁੱਤੀਆਂ ਵੀ ਮਾਰੀਆਂ। ਉਹ ਕਹਿੰਦਾ ਵੀ ਜਿਹੜੀ ਇਹ ਮਤਲਬ ਵੀ ਨਾਲ ਉਹਨੇ ਕਿਹਾ ਕਿ ਇਹ ਜਿਹੜੀ ਗਵਰਨਰ ਹੈਗਾ ਇਹ ਬਹੁਤ ਜ਼ਿਆਦਾ ਐਰੋਗੈਂਟ ਹੈਗਾ, ਮਤਲਬ ਕਦੇ ਵੀ ਕਹਿੰਦਾ ਵੀ 40 ਸਾਲ ਤੋਂ ਕਿਸਾਨ ਜਿਹੜੇ ਹੈਗੇ ਨੇ ਇੱਥੇ ਰਾਜਪਾਲ ਨੂੰ ਮਿਲਣ ਆਉਂਦੇ ਰਹੇ ਨੇ, ਕਦੇ ਵੀ ਇਸ ਤਰ੍ਹਾਂ ਦਾ ਵਤੀਰਾ ਨਹੀਂ ਹੋਇਆ। ਹਮੇਸ਼ਾ ਰਾਜਪਾਲ ਪਹਿਲੇ ਹੀ ਸਮਾਂ ਦੇ ਦਿੰਦਾ ਹੁੰਦਾ, ਕਿਉਂਕਿ ਰਾਜਪਾਲ ਨੂੰ ਤਾਂ ਸਾਰੇ ਤਰ੍ਹਾਂ ਮਿਲਦੀਆਂ ਨੇ, ਕੋਈ ਜ਼ਰੂਰ ਨਹੀਂ ਵੀ ਸਰਕਾਰੀ ਧਿਰੀ ਮਿਲੇ। ਰਾਜਪਾਲ ਤਾਂ ਇੱਕ ਸਾਂਝਾ ਨੁਮਾਇੰਦਾ ਹੁੰਦਾ ਹੈ। ਹਰੇਕ ਜੇ ਕੋਈ ਮੁਲਾਜ਼ਮਾਂ ਦਾ ਵੀ ਕੋਈ ਵਰਗ ਮਿਲਣਾ ਚਾਹੁੰਦਾ ਹੈ, 2-4 ਬੰਦੇ ਉਹ ਵੀ ਮਿਲ ਆਉਂਦੇ ਨੇ। ਦੂਸਰੇ ਲੋਕ ਜਿਹੜੇ ਹੈਗੇ ਨੇ, ਆਮ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ, ਉਹ ਵੀ ਰਾਜਪਾਲ ਨੂੰ ਮਿਲਦੀਆਂ ਨੇ, ਹੋਰ ਲੋਕ ਵੀ ਮਿਲਦੇ ਨੇ। ਇਸ ਕਰਕੇ ਕਹਿੰਦੇ ਪਹਿਲਾਂ ਸਾਨੂੰ ਕਦੇ ਮੁਸ਼ਕਿਲ ਹੀ ਨਹੀਂ ਆਈ, ਇਹ ਪਹਿਲੀ ਵਾਰੀ ਹੋਇਆ ਕਿ ਰਾਜਪਾਲ ਹੀ ਸਾਨੂੰ ਮਿਲ ਰਿਹਾ। ਹੁਣ ਆਪਾਂ ਜਿਹੜੀਆਂ ਮੰਗਾਂ ਉਹਦੇ ਵਿੱਚ ਮੇਨ ਮੰਗਾਂ ਦਾ ਮੈਂ ਜ਼ਿਕਰ ਕਰਦੇ ਹਾਂ। ਉਹਦੇ ਵਿੱਚ ਪਹਿਲੀ ਗੱਲ ਤਾਂ BBMB ਦਾ ਜਿਹੜਾ ਰੌਲਾ ਚੱਲ ਰਿਹਾ, ਰੇਟ ਕੱਟ ਚੱਲ ਰਿਹਾ ਹੈ, ਕਿ ਉਹ ਮੈਂਬਰ ਪਾਵਰ ਤੇ ਇਰੀਗੇਸ਼ਨ ਵਾਲੀ ਆਪਾਂ ਕਈ ਵਾਰੀ ਸਰੋਤਿਆਂ ਨਾਲ ਗੱਲ ਸਾਂਝੀ ਕੀਤੀ ਹੈ, ਉਹ ਸੀ। ਨਾਲ ਇਹਨਾਂ ਨੇ ਕਿਸਾਨੇ ਕਿਹਾ ਕਿ ਕੇਂਦਰ ਸਰਕਾਰ ਕੌਣ ਹੁੰਦੀ ਹੈ, ਕਿਹਦੇ ਕੋਲੇ ਕੰਟਰੋਲ ਹੋਵੇ, ਸਾਨੂੰ ਭਾਖੜਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਵੀ ਕੰਟਰੋਲ ਦਿਓ, ਨਾਲ ਭਾਖੜਾ ਡੈਮ ਦਾ ਵੀ ਕੰਟਰੋਲ ਦਿਓ। ਇਹ ਸਾਡਾ ਡੈਮ ਹੈ, ਸਾਡੇ ਵਾਸਤੇ ਬਣਿਆ ਸੀ, ਪੰਜਾਬ ਵਾਸਤੇ, ਸਾਨੂੰ ਮਿਲਣਾ ਚਾਹੀਦਾ ਹੈ। ਨਾਲ ਚੇਅਰਮੈਨ ਦੀ ਪੋਸਟ ਵੀ ਸਾਨੂੰ ਦਿਓ, ਮੈਂਬਰ ਪਾਵਰ ਦੀ ਪੋਸਟ ਵੀ ਦਿਓ। ਕਿਸਾਨ ਅੱਗੇ ਵੱਧ ਗਏ ਨੇ, ਹੁਣ ਗੱਲ ਮੈਂਬਰ ਪਾਵਰ ਤੱਕ ਨਹੀਂ ਰਹੀ, ਗੱਲ ਉਦੋਂ ਅੱਗੇ ਤੱਕ ਚਲੀ ਗਈ ਹੈ। ਨਾਲ ਜਿਹੜੀ ਉੱਥੇ ਸੁਰੱਖਿਆ ਦਸਤੇ ਲਾਉਣ ਦੀ ਫੈਸਲਾ ਕੀਤਾ ਕਿ ਕੇਂਦਰ ਦੇ ਹੋਣਗੇ, ਉਹਦੇ ਬਾਰੇ ਕਹਿ ਕੇ ਜੋ ਪਹਿਲਾਂ ਪੁਰਾਣਾ ਸਿਸਟਮ ਸੀ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਪੁਲਿਸ ਵਾਲੇ ਸੀਗੇ ਉੱਥੇ ਸੁਰੱਖਿਆ ਕਰਦੇ ਸੀ, ਉਹਨਾਂ ਨੂੰ ਲਾਇਆ ਜਾਵੇ। ਜੇ ਕਿਤੇ ਕੋਈ ਇੰਪੋਰਟੈਂਟ ਏਰੀਆ ਹੈਗਾ ਜਿੱਥੇ ਕੋਈ ਕੇਂਦਰ ਦੇ ਸੁਰੱਖਿਆ ਦਸਤਿਆਂ ਦੀ ਲੋੜ ਹੈਗੀ, ਉੱਥੇ ਲਾ ਲਓ, ਪਰ ਜੋ ਪਹਿਲਾਂ ਵਾਲਾ ਸਿਸਟਮ ਸੀ ਉਹ ਜ਼ਰੂਰ ਬਹਾਲ ਲੈਣਾ ਚਾਹੀਦਾ ਹੈ। ਇੱਕ ਤਾਂ ਇਹ ਮਸਲਾ ਸੀ। ਦੂਸਰਾ ਮਸਲਾ ਕਿਤਾਬਾਂ ਦਾ ਸੀਗਾ, ਜਿਹੜੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਕਿਤਾਬਾਂ ਹੈਗੀਆਂ, ਉਹਨਾਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ। ਉਹਦੇ 'ਚ ਬੜੀ ਇਤਿਹਾਸਕ ਤੱਥਾਂ ਵਿੱਚ ਬੜੀ ਤੋੜ ਮਰੋੜ ਹੋਈ ਹੈ, ਖਾਸ ਕਰਕੇ ਬੰਦਾ ਸਿੰਘ ਬਹਾਦਰ ਬਾਰੇ ਹੈਗੀ, ਗੁਰੂ ਸਾਹਿਬਾਨ ਬਾਰੇ ਹੈਗੀ, ਬਾਣੀ ਦੀਆਂ ਤੁਕਾਂ ਦਾ ਜਿਹੜੀਆਂ ਪ੍ਰੋਪਰਲੀ ਲਿਖੀਆਂ ਨਹੀਂ ਹੋਈਆਂ, ਠੀਕ ਢੰਗ ਨਾਲ ਨਹੀਂ ਲਿਖੀਆਂ ਹੋਈਆਂ, ਉਹਨਾਂ ਦੇ ਸਪੈਲਿੰਗ ਵਗੈਰਾ ਠੀਕ ਨਹੀਂ ਹੈਗੇ, ਮਤਲਬ ਉਹ ਵੀ ਉਹਦੇ ਬਾਰੇ ਵੀ ਗੱਲਬਾਤ ਹੈਗੀ ਹੈ। ਸੋ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਤਿਹਾਸ ਦੀਆਂ ਕਿਤਾਬਾਂ ਇਹਨਾਂ ਨੂੰ ਬਿਲਕੁਲ ਰੱਦ ਕਰੋ, ਇਹਨਾਂ ਨੂੰ ਖਤਮ ਕਰੋ, ਮਤਲਬ ਇਹਨਾਂ ਨੂੰ ਬੰਦ ਕਰੋ। ਨਾਲ ਨਵੀਆਂ ਕਿਤਾਬਾਂ ਜਿਹੜੀਆਂ ਛਪਾਉਣੀਆਂ ਉਹਨਾਂ ਬਾਰੇ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਪਹਿਲਾਂ ਚੈੱਕ ਹੋਣੇ ਚਾਹੀਦੇ ਨੇ ਕਿ ਇਹਦੇ ਤੱਥ ਜਿਹੜੇ ਹੈਗੇ ਨੇ ਪੰਜਾਬ ਦੇ ਇਤਿਹਾਸ ਮੁਤਾਬਕ ਹੈਗੇ ਨੇ ਜਾਂ ਉਹਨਾਂ ਕੋਈ ਤੋੜ ਮਰੋੜ ਤਾਂ ਨਹੀਂ ਹੈਗੀ। ਨਾਲ ਉਹਨੇ ਕਿਹਾ ਕਿ ਉਹਨਾਂ ਖਿਲਾਫ ਐਕਸ਼ਨ ਵੀ ਲਓ ਜਿਹੜੇ ਬੰਦੇ
ਜਿਨ੍ਹਾਂ ਬੰਦਿਆਂ ਨੇ ਤੋੜ ਮਰੋੜ ਕੀਤੀ ਹੈ, ਜਿਨ੍ਹਾਂ ਨੇ ਗਲਤੀ ਕੀਤੀ ਹੈ, ਉਹਨਾਂ ਦੇ ਖਿਲਾਫ, ਜਿਨ੍ਹਾਂ ਦੀ ਅਣਗਹਿਲੀ ਕਰਕੇ ਇਤਿਹਾਸ ਪੜ੍ਹਾਇਆ ਜਾ ਰਿਹਾ ਸੀਗਾ, ਉਹਨਾਂ ਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਇਹ ਦੂਸਰਾ ਮਸਲਾ ਸੀ। ਤੀਜਾ ਮਸਲਾ ਸੀ ਚੰਡੀਗੜ੍ਹ ਬਾਰੇ। ਚੰਡੀਗੜ੍ਹ ਜਿਹੜਾ ਬਿਜਲੀ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਉਹਦੇ ਬਾਰੇ ਉਹਨਾਂ ਨੇ ਕਿਸਾਨਾਂ ਨੇ ਕਿਹਾ ਕਿ ਅਸੀਂ ਵਿਰੋਧ ਕਰਦੇ ਹਾਂ। ਤੁਸੀਂ ਪਹਿਲਾਂ ਵੀ ਅਸੀਂ ਜਿਹੜੀ ਸਾਲ ਭਰ ਲੜਾਈ ਲੜੀ ਹੈ, ਉਹ ਵੀ ਕਾਰਪੋਰੇਟ ਹਾਊਸ ਦੇ ਖਿਲਾਫ ਸੀ, ਤੇ ਤੁਸੀਂ ਹੁਣ ਵੀ ਇਹ ਜਿਹੜੇ ਕਾਰਪੋਰੇਟ ਘਰਾਣੇ ਹੈਗੇ ਉਹਨਾਂ ਨੂੰ ਬਿਜਲੀ ਦੇ ਚੰਡੀਗੜ੍ਹ ਦੀ ਸੌਂਪਣੀ ਚਾਹੁੰਦੇ ਹੋ। ਹਾਲਾਂਕਿ ਪ੍ਰੋਫਿਟ ਕਮਾ ਰਿਹਾ ਜਿਹੜਾ ਬਿਜਲੀ ਦਾ ਮਹਿਕਮਾ ਹੈਗਾ, 250 ਕਰੋੜ ਦਾ ਹਰ ਸਾਲ ਦਾ ਪ੍ਰੋਫਿਟ ਹੁੰਦਾ ਤਕਰੀਬਨ। ਤੁਸੀਂ ਪ੍ਰੋਫਿਟ ਵਾਲੇ ਜਿਹੜਾ ਪ੍ਰੋਫਿਟ ਕਮਾਉਣ ਵਾਲਾ ਅਦਾਰਾ ਹੈ, ਜਿਹੜਾ ਲਾਭ ਕਮਾ ਰਿਹਾ ਹੈ, ਮੁਨਾਫਾ ਕਮਾ ਰਿਹਾ ਹੈ, ਉਹਨੂੰ ਕਿਉਂ ਤੁਸੀਂ ਪ੍ਰਾਈਵੇਟ ਹੱਥਾਂ 'ਚ ਦੇ ਰਹੇ ਹੋ? ਕੀ ਤੁਹਾਡੀ ਮਜਬੂਰੀ ਹੈਗੀ? ਉਹਦੇ ਨਾਲ ਪੰਜਾਬ ਦੇ ਮੁਲਾਜ਼ਮ ਵੀ ਇੱਥੇ ਬਹੁਤ ਸਾਰੇ ਡੈਪੂਟੇਸ਼ਨ ਤੇ ਆਉਂਦੇ, ਉਹਨਾਂ ਦਾ ਅਸਰ ਪਏਗਾ। ਇੱਕ ਗੱਲ ਉਹਨੇ ਕਿਹਾ ਕਿ ਅਸੀਂ ਇਹਦਾ ਵਿਰੋਧ ਕਰਾਂਗੇ, ਇਹ ਗੱਲ ਨੂੰ ਰੋਕਿਆ ਜਾਵੇ। ਪੰਜਾਬ ਸਰਕਾਰ ਤੋਂ ਪਹਿਲਾਂ ਪੁੱਛਿਆ ਜਾਵੇ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ, ਕਿਉਂਕਿ ਪੰਜਾਬ ਦੀ ਕੈਪੀਟਲ ਹੈ ਤੇ ਪੰਜਾਬ ਦੀ ਮਨਜ਼ੂਰੀ ਤੋਂ ਬਿਨਾਂ ਇਹ ਸਟੈਪ ਨਾ ਚੁੱਕਿਆ ਜਾਵੇ। ਨਾਲ ਜਿਹੜੀ ਪੰਜਾਬ ਦੀ 60% ਸਾਮੀਆਂ ਜਿਹੜੇ ਚੰਡੀਗੜ੍ਹ 'ਚ ਭਰੀਆਂ ਜਾਣੀਆਂ, ਉਹ ਪੰਜਾਬ ਤੋਂ ਭਰੀਆਂ ਜਾਣੀਆਂ ਚਾਹੀਦੀਆਂ ਸੀ। ਜਿਹੜਾ ਸਮਝੌਤਾ ਹੋਇਆ ਸੀ, ਕਿਉਂਕਿ ਪੰਜਾਬ ਤੇ ਹਰਿਆਣੇ ਵਿੱਚ ਜਿਹੜੀ ਵੰਡ ਹੋਈ ਸੀ ਅਸੈਟਸ ਦੀ, ਉਹ 60-40 ਦੀ ਰੇਸ਼ੋ ਨਾਲ ਹੋਈ ਸੀ। ਤਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਮੀਆਂ ਹੈਗੀਆਂ ਉਹ 60% ਭਾਵੇਂ ਪੁਲਿਸ ਹੈ, ਭਾਵੇਂ ਕਹਿੰਦਾ ਬੱਸਾਂ ਦੇ ਕੰਡਕਟਰ ਡਰਾਈਵਰ ਨੇ, ਭਾਵੇਂ ਸਰਕਾਰੀ ਮੁਲਾਜ਼ਮ ਦੂਸਰੇ ਸਕੂਲਾਂ ਦੇ ਟੀਚਰ ਨੇ, ਡਾਕਟਰ ਨੇ, ਹੋਰ ਨੇ, ਉਹ 'ਚ 60% ਜਿਹੜੇ ਬੰਦੇ ਹੋਣੇ ਚਾਹੀਦੇ ਨੇ ਉਹ ਪੰਜਾਬ ਦੇ ਹੋਣੇ ਚਾਹੀਦੇ ਨੇ। ਕਿਸਾਨਾਂ ਨੇ ਇਹ ਗੱਲ ਦਾ ਵੀ ਉੱਥੇ ਮਤਲਬ ਕਿ ਇਹ ਗੱਲ ਵੀ ਮੰਗ ਉਠਾਈ ਹੈ ਗਵਰਨਰ ਸਾਹਿਬ ਨਾਲ। ਹੋਰ ਚੰਡੀਗੜ੍ਹ ਦੇ 2-3 ਮਸਲੇ ਹੈਗੇ ਨੇ ਜਿਹੜੇ ਕਿ ਉਹਨਾਂ ਨੇ ਟੇਕ ਅਪ ਕੀਤੇ ਨੇ। ਇਸ ਤੋਂ ਇਲਾਵਾ ਜਿਹੜਾ ਲਖੀਮਪੁਰ ਖੀਰੀ ਵਾਲਾ ਕੇਸ ਸੀਗਾ, ਉਹਦੇ ਬਾਰੇ ਵੀ ਗੱਲਬਾਤ ਕਿਸਾਨਾਂ ਨੇ ਕੀਤੀ ਹੈ ਕਿ ਜਿਹੜੀ ਇਹ ਜ਼ਮਾਨਤ ਹੋਈ ਹੈ ਗੈਰ ਕਾਨੂੰਨੀ ਹੈ, ਇਹਦੇ ਬਾਰੇ ਇਹ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਤੇ ਉਹ ਮੁੜ ਕੇ ਜਿਹੜਾ ਆਸ਼ੀਸ਼ ਹੈਗਾ ਉਹਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ। ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ ਜਾਣਾ ਚਾਹੀਦਾ ਹੈ। ਤੇ ਮੇਰਾ ਖਿਆਲ ਹੈ ਕਿ ਕੇਸ ਹੁਣ ਸੁਪਰੀਮ ਕੋਰਟ 'ਚ ਵੀ ਲੱਗ ਗਿਆ। ਉੱਥੇ ਪ੍ਰਸ਼ਾਂਤ ਭੂਸ਼ਣ ਜਿਹੜੇ ਹੈਗੇ ਨੇ ਕਿਸਾਨਾਂ ਵੱਲੋਂ ਕੇਸ ਲੜ ਰਹੇ ਨੇ ਤੇ 11 ਤਰੀਕ ਨੂੰ ਮੇਰਾ ਖਿਆਲ ਹੈ ਕਿ ਚੀਫ ਜਸਟਿਸ ਆਫ ਇੰਡੀਆ ਜਿਹੜੇ ਹੈਗੇ ਸੁਪਰੀਮ ਕੋਰਟ ਦੇ, ਉਹਨਾਂ ਨੇ ਇਹ ਕੇਸ ਸੁਣਵਾਈ ਵਾਸਤੇ ਲਾ ਦਿੱਤਾ ਹੈ। ਤੇ ਉਹਨਾਂ ਚਿਰ ਮੇਰਾ ਖਿਆਲ ਹੈ ਕਿ ਪ੍ਰਸ਼ਾਂਤ ਭੂਸ਼ਣ ਜੀ ਨੇ ਕੱਲ ਆਬਜੈਕਸ਼ਨ ਵੀ ਕੀਤਾ ਸੀ ਸੁਪਰੀਮ ਕੋਰਟ 'ਚ ਵੀ ਇਹ ਜਿਹੜੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਹੋਈ ਹੈ, ਇਸੇ ਨੂੰ ਆਧਾਰ ਬਣਾ ਕੇ ਹੋਰ ਬੰਦੇ ਵੀ ਇਸ ਕੇਸ ਵਿੱਚ ਜਿਹੜੀ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਜਿਹੜੀ ਹਾਈ ਕੋਰਟ ਹੈਗੀ ਉਹਨਾਂ ਨੂੰ ਮੀਮੋ ਭੇਜਿਆ ਜਾਵੇ ਵੀ ਕਿ ਸਾਡੇ ਕੋਲੇ ਹੁਣ ਇਹ ਸੁਣਵਾਈ ਅਧੀਨ ਕੇਸ ਹੈਗਾ ਸੁਪਰੀਮ ਕੋਰਟ 'ਚ, ਇਸ ਕਰਕੇ ਹਾਈ ਕੋਰਟ ਜਿੰਨਾ ਚਿਰ ਸੁਪਰੀਮ ਕੋਰਟ ਇਸ ਕੇਸ ਤੇ ਕੋਈ ਫੈਸਲਾ ਨਹੀਂ ਲੈ ਲੈਂਦੀ, ਉਹਨਾਂ ਚਿਰ ਇਹ ਕੇਸ ਦੀ ਜਿਹੜੀ ਸੁਣਵਾਈ ਹਾਈ ਕੋਰਟ ਨਾ ਕਰੇ। ਸੋ ਮੇਰਾ ਖਿਆਲ ਹੈ ਕਿ ਹੁਣ 11 ਤਰੀਕ ਨੂੰ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜੀ ਜ਼ਮਾਨਤ ਉਹਨਾਂ ਨੂੰ ਆਸ਼ੀਸ਼ ਮਿਸ਼ਰਾ ਨੂੰ ਮਿਲੀ ਹੈਗੀ, ਉਹਨੂੰ ਸੁਪਰੀਮ ਕੋਰਟ ਅਪਹੋਲਡ ਕਰਦੀ ਹੈ ਜਾਂ ਉਹਨੂੰ ਰੱਦ ਕਰਦੀ ਹੈ। ਕਿਸ ਤਰ੍ਹਾਂ ਦਾ ਫੈਸਲਾ ਆਉਂਦਾ ਹੈ ਉਹ ਹਲੇ ਮੇਰੇ ਕਾਨੂੰਨੀ ਘੇਰੇ ਵਿੱਚ ਹੈਗਾ, ਤਾਂ ਆਪਾਂ ਨੂੰ 11 ਤੋਂ ਬਾਅਦ ਪਤਾ ਲੱਗੇਗਾ। ਪਰ ਕਿਸਾਨ ਨੇ ਜ਼ਰੂਰ ਆਪਣਾ ਜਿਹੜਾ ਮੈਮੋਰੈਂਡਮ ਦਿੱਤਾ ਸੀ ਕੱਲ, ਉਹਦੇ ਵਿੱਚ ਇਹ ਮੰਗ ਜ਼ੋਰ ਸ਼ੋਰ ਨਾਲ ਉਠਾਈ ਹੈ। ਨਾਲ ਉਹਨੇ ਵੀ ਕਿਹਾ ਹੈ ਕਿ ਜਿਹੜਾ ਆਸ਼ੀਸ਼ ਮਿਸ਼ਰਾ ਦਾ ਪਿਤਾ ਹੈਗਾ ਟੈਨੀ ਮਿਸ਼ਰਾ, ਉਹਨੂੰ ਵੀ ਕਹਿੰਦਾ ਕੈਬਨਿਟ 'ਚੋਂ ਡਰੌਪ ਕੀਤਾ ਜਾਵੇ। ਉਹਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਕੈਬਨਿਟ 'ਚ ਰਹੇ, ਤੇ ਕਿਉਂਕਿ ਇਹ ਸਾਰਾ ਕੁਝ ਹੋਇਆ ਉਹਦੇ ਕਰਕੇ ਹੈ। ਉਹਦੇ ਤੁਹਾਨੂੰ ਮੈਂ ਦੱਸਾਂ ਵੀ 4 ਕਿਸਾਨ ਮਾਰੇ ਗਏ ਸੀ, ਨਾਲ ਇੱਕ ਪੱਤਰਕਾਰ ਭਾਈਚਾਰੇ ਦਾ ਬੰਦਾ ਵੀ ਮਾਰ ਗਿਆ ਸੀ, 5 ਬੰਦੇ ਮਰੇ ਸੀ, ਨਾਲ 3 ਬੰਦੇ ਦੂਸਰੇ ਫਿਰ ਬਾਅਦ ਵਿੱਚ ਜਿਹਨਾਂ ਨੇ ਹਮਲਾ ਕੀਤਾ ਸੀ ਕਿਸਾਨਾਂ ਦੇ ਉਸ ਪਾਰਟੀ ਦੇ ਵੀ ਮਾਰੇ ਗਏ ਸੀਗੇ। ਮੇਰਾ ਖਿਆਲ ਕਿ ਕੁਝ ਸ਼ਾਇਦ ਕਿਸਾਨ ਵੀ ਇਸ ਕੇਸ ਜਿਹੜੇ 3 ਬੰਦੇ ਹੋਰ ਮਾਰੇ ਗਏ ਸੀਗੇ ਉਸ ਮਸਲੇ ਵਿੱਚ ਫੜੇ ਹੋਏ ਨੇ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕੇ ਵੀ ਇਹ ਕੇਸ ਵੀ ਜਿਹੜਾ ਹੈਗਾ ਮੇਰਾ ਖਿਆਲ ਕਿ ਆਉਣ ਵਾਲੇ ਦਿਨਾਂ 'ਚ ਹੁਣ ਇਲੈਕਸ਼ਨਾਂ 10 ਤੋਂ ਬਾਅਦ ਰਿਜ਼ਲਟ ਆ ਜਾਣਗੇ, ਉਸ ਤੋਂ ਬਾਅਦ ਇਹ ਜਿਹੜਾ ਮਸਲਾ ਹੈਗਾ ਇਹ ਵੀ ਜ਼ੋਰ ਪਕੜੇਗਾ। ਜੀ, ਚੋਣਾਂ ਦੌਰਾਨ ਜਿਹੜੀ ਹਿੱਸਾ ਹੋਈ ਹੈ ਰਾਣਾ ਸੋਢੀ ਖਿਲਾਫ ਕੇਸ ਦਰਜ ਹੋਇਆ, ਇਸੇ ਤਰ੍ਹਾਂ ਬੀਜੇਪੀ ਦਾ ਸਾਬਕਾ ਵਿਧਾਇਕ ਸੁਖਪਾਲ ਹੈ, ਇਸ ਦੇ ਵਿਰੁੱਧ ਵੀ ਕਹਿੰਦੇ FIR ਦਰਜ ਹੋਈ ਹੈ, ਇਸ ਬਾਰੇ ਦਿਓ ਅਪਡੇਟ। ਚੋਣਾਂ ਦੌਰਾਨ ਜੀ ਉਦੋਂ ਇੱਕ ਵਾਇਲੈਂਸ ਹੋਈ ਸੀਗੀ, ਖਾਸ ਕਰਕੇ ਜਿਹੜਾ ਇੱਕ ਪਿੰਡ ਹੈ ਕੱਟੀ ਰਹੀਮੇ ਕੇ, ਇਹ 20 ਫਰਵਰੀ ਨੂੰ ਜਦੋਂ ਪੋਲਿੰਗ ਹੋਈ ਹੈ ਆਪਣਾ, ਜਿਹਦੇ ਵੋਟਾਂ ਪਈਆਂ ਨੇ, ਉਸ ਦਿਨ ਉੱਥੇ ਤੂੰ ਮੈਂ ਰਾਣਾ ਸੋਢੀ ਸਾਹਿਬ ਦੀ ਤੇ ਨਾਲ ਉਹਨਾਂ ਦੇ ਸੁਖਪਾਲ ਨੰਨੂ ਜਿਹੜੇ ਭਾਜਪਾ ਦੇ ਸਾਬਕਾ ਵਿਧਾਇਕ ਰਹੇ ਨੇ, ਉਹਨਾਂ ਦੀ ਦੋਨਾਂ ਦੀ ਲੜਾਈ ਹੋ ਗਈ ਸੀ ਇਹਨਾਂ ਨਾਲ, ਕੁਝ ਦੂਸਰੀ ਪਾਰਟੀ ਦੇ ਬੰਦਿਆਂ ਨਾਲ ਤੋਂ ਕਾਫੀ ਬਹਿਸ-ਬੂਸ ਹੋਈ ਸੀਗੀ। ਤੇ ਉਹਦੇ 'ਚ ਫਿਰ ਇਨਕੁਆਇਰੀ ਆਰਡਰ ਕਰਤੀ ਸੀ ਉਸ ਸਮੇਂ, ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਹੈਗਾ ਤੇ SSP ਨੇ ਦੋਨਾਂ ਨੇ ਇਨਕੁਆਇਰੀ ਆਰਡਰ ਕੀਤੀ ਸੀਗੀ। ਤੇ ਉਹਦੇ ਸੰਬੰਧ ਵਿੱਚ ਕੱਲ ਫਿਰ ਕੇਸ ਜਿਹੜੇ FIR ਦਰਜ ਹੋ ਗਈ ਹੈ। ਧਾਰਾਵਾਂ ਤਾਂ ਕੋਈ ਬਹੁਤੀਆਂ ਸਖਤ ਨਹੀਂ ਹੈਗੀਆਂ, ਸਿਰਫ ਥ੍ਰੈਟ ਥਰੁੱਟ ਦੀਆਂ ਧਾਰਾਵਾਂ ਲੱਗੀਆਂ ਨੇ, 323 ਵਗੈਰਾ ਹੈਗੀ ਹੈ। ਪਰ ਕੇਸ ਦਰਜ ਹੋਣਾ ਮਤਲਬ ਆਪਣੇ ਆਪ 'ਚ ਇੱਕ ਇਹਦੀ
ਅਹਿਮੀਅਤ ਹੈਗੀ, ਕਿਉਂਕਿ ਜਿਹੜੇ ਰਾਣਾ ਗੁਰਮੀਤ ਹੈਗੇ ਸੋਢੀ ਹੈਗੇ ਨੇ, ਉਹ ਪਹਿਲਾਂ ਮੰਤਰੀ ਵੀ ਰਹੇ ਨੇ, ਤੇ ਜਿਹੜੇ ਨੰਨੂ ਹੈਗੇ ਨੇ, ਸੁਖਪਾਲ ਨੰਨੂ ਜਿਹਨੂੰ ਕਹਿੰਦੇ ਨੇ, ਭਾਜਪਾ ਵਾਲੇ ਦੇ ਸਾਬਕਾ ਵਿਧਾਇਕ ਨੇ, ਉਹ ਵੀ ਬੜੇ ਪਾਵਰਫੁਲ ਪਰਿਵਾਰ ਨੂੰ ਉਹਨਾਂ ਨਾਲ ਸੰਬੰਧ ਹੈਗਾ। ਤਾਂ ਦੋਨਾਂ ਦੇ ਖਿਲਾਫ ਕੇਸ ਦਰਜ ਹੋਣਾ ਮੇਰਾ ਖਿਆਲ ਹੈ ਕਿ ਆਪਣੇ ਆਪ 'ਚ ਇੱਕ ਵੱਡੀ ਗੱਲ ਹੈਗੀ ਹੈ, ਕਿਉਂਕਿ ਇਹਦੇ ਕੇਸ ਹੈਗਾ, ਇਹਦੇ 'ਚ ਜਿਹੜੇ 3-4 ਸ਼ਿਕਾਇਤਕਰਤਾ ਹੈਗੇ ਨੇ ਜਿਨ੍ਹਾਂ ਨੇ ਆਪਣਾ ਕੰਪਲੇਂਟ ਕੀਤੀ ਸੀ ਰਾਣਾ ਸੋਢੀ ਦੇ ਖਿਲਾਫ ਕਿ ਸਾਨੂੰ ਇਹਨਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਸਾਨੂੰ ਧੱਕਾ ਮੁੱਕੀ ਵੀ ਕੀਤਾ, ਸਾਡੇ ਨਾਲ ਹੱਥੋਂ-ਪਾਈ ਵੀ ਹੋਏ, ਤੇ ਸਾਨੂੰ ਉੱਥੋਂ ਕਹਿੰਦਾ ਮਤਲਬ ਭਜਾਉਣ ਦੀ ਕੋਸ਼ਿਸ਼ ਵੀ ਇਹਨਾਂ ਨੇ ਲੋਕਾਂ ਨੇ ਕੀਤੀ। ਤਾਂ ਉਸ ਸੰਬੰਧ ਵਿੱਚ ਜਾਂਚ ਪੜਤਾਲ ਤੋਂ ਬਾਅਦ ਇਹ ਕੇਸ ਦਰਜ ਹੋਇਆ। ਸੋ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਘੱਟੋ ਘੱਟ ਥਾਣੇ ਜਾ ਕੇ ਜ਼ਮਾਨਤ ਤਾਂ ਜ਼ਰੂਰ ਕਰਾਉਣੀ ਪਏਗੀ। ਇਹ ਤਾਂ ਪੱਕਾ ਹੀ ਹੈਗਾ, ਜੇ 323 ਵਗੈਰਾ ਵੀ ਲੱਗੀ ਹੋਵੇ ਤਾਂ ਥਾਣੇ ਜਾ ਕੇ ਘੱਟੋ ਘੱਟ ਇਹਦਾ ਥਾਣੇਦਾਰ ਸ਼ਾਇਦ ਮੇਰਾ ਖਿਆਲ ਹੈ ਦੀ ਜ਼ਮਾਨਤ ਲੈ ਸਕਦਾ ਹੈ, ਨਹੀਂ ਤਾਂ ਇੱਕ ਦੀ ਧਾਰਾ ਹੋਰ ਵੀ ਲੱਗੀ ਹੈ, ਹੋ ਸਕਦਾ ਇਹਨਾਂ ਨੂੰ ਅਦਾਲਤ 'ਚ ਵੀ ਜਾਣਾ ਪਵੇ। ਜੀ, ਜਿਹੜੀ ਮਾਹਿਰਾਂ ਦੀ ਰਿਪੋਰਟ ਆਈ ਹੈ, ਕਾਫੀ ਦੇਰ ਤੋਂ ਵੈਸੇ ਗੱਲ ਚੱਲੀ ਹੈ, ਆ ਹੁਣ ਫੇਰ ਸਾਹਮਣੇ ਆਇਆ ਕਿ ਮਾਲਵੇ ਇਲਾਕੇ 'ਚ 80% ਧਰਤੀ ਹੇਠਲਾ ਪਾਣੀ ਹੈ, ਪੀਣ ਯੋਗ ਨਹੀਂ ਕਹਿੰਦੇ। ਇਸ ਰਿਪੋਰਟ ਬਾਰੇ ਦੱਸੋ, ਮਾਹਿਰਾਂ ਦੀ ਬਾਰੇ। ਇਹ ਬੜੀ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਕਿ ਜੀ ਗੰਭੀਰ ਰਿਪੋਰਟ ਹੈਗੀ। ਮਾਲਵੇ 'ਚ ਆਪਾਂ ਨੂੰ ਪਤਾ ਹੀ ਹੈਗਾ ਕਿ ਉਸ ਇਲਾਕੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਨੇ, ਖਾਸ ਕਰਕੇ ਸਿਹਤ ਦੇ ਮੁੱਦੇ ਨੂੰ ਲੈ ਕੇ। ਇੱਕ ਤਾਂ ਉਸ ਇਲਾਕੇ ਵਿੱਚ ਕੈਂਸਰ ਬਹੁਤ ਜ਼ਿਆਦਾ ਫੈਲ ਰਿਹਾ ਹੈ, ਦੂਸਰਾ ਉੱਥੇ ਦੰਦਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ, ਤੀਸਰਾ ਗੋਡਿਆਂ ਦੀ ਬਹੁਤ ਵੱਡੀ ਸਮੱਸਿਆ ਹੈਗੀ ਉਸ ਇਲਾਕੇ ਵਿੱਚ, ਤੇ ਕਿਡਨੀ ਦੀਆਂ ਪ੍ਰੋਬਲਮਾਂ ਵੀ ਬਹੁਤ ਜ਼ਿਆਦਾ ਚੱਲ ਰਹੀਆਂ ਨੇ। ਫਿਰ ਕਾਲਾ ਪੀਲੀਆ ਤੇ ਜਿਹੜਾ ਉਹਦੀ ਵੀ ਬਹੁਤ ਵੱਡੀ ਸਮੱਸਿਆ ਹੈ। ਉਹਦੇ ਕਾਰਨ ਲਗਾਤਾਰ ਜਿਹੜੇ ਲੋਕ ਕਹਿ ਰਹੇ ਸੀਗੇ, ਪਹਿਲਾਂ ਵੀ ਮਾਹਰ ਕਹਿ ਰਹੇ ਸੀਗੇ ਵੀ ਧਰਤੀ ਹੇਠਲਾ ਪਾਣੀ ਜਿਹੜਾ ਹੈਗਾ ਉਹ ਜੋ ਬਹੁਤ ਜ਼ਿਆਦਾ ਪੋਲਿਊਟਡ ਹੋ ਚੁੱਕਿਆ ਹੈ, ਉਹ ਬਹੁਤ ਜ਼ਿਆਦਾ ਮਾੜਾ ਹੈ, ਹੈਵੀ ਵਾਟਰ ਹੈਗਾ, ਤੇ ਇਸ ਕਰਕੇ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ। ਹੁਣ ਜਿਹੜੀ ਇਹ ਰਿਪੋਰਟ ਆਈ ਹੈ, ਤਾਜ਼ਾ ਰਿਪੋਰਟ ਜਿਹੜੀ ਆਈ ਹੈ, ਇਹ ਮਤਲਬ ਕੋਈ ਐਵੇਂ ਜਾਂ ਜਿਹਨੂੰ ਕਹਿ ਸਕਦੇ ਹਾਂ ਕਿ ਛੋਟੇ-ਮੋਟੇ ਅਦਾਰੇ ਵੱਲੋਂ ਨਹੀਂ ਆਈ। ਜਿਹੜਾ ਕੇਂਦਰ ਸਰਕਾਰ ਦਾ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਹੈਗਾ, ਉਹਦੇ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ। ਉਹਨਾਂ ਨੇ ਸਾਰੇ ਪਿੰਡਾਂ ਦਾ ਜਿਹੜਾ ਪਾਣੀ ਦੇ ਸੈਂਪਲਿੰਗ ਕਰਕੇ ਅਧਿਐਨ ਕੀਤਾ। ਕਾਫੀ ਲੰਬਾ ਸਮਾਂ ਉਹਨਾਂ ਨੇ ਇੱਥੇ ਲਾਇਆ ਹੈ ਇਸ ਰਿਪੋਰਟ ਨੂੰ ਤਿਆਰ ਕਰਨ ਵਾਸਤੇ। ਤੇ ਜਿਹੜੀਆਂ ਤੱਤ ਜਿਹੜੇ ਉਹਦੇ ਵਿੱਚ ਆਏ ਨੇ, ਹੈਵੀ ਮੈਟਲਸ ਆਈਆਂ ਨੇ ਜਾਂ ਦੂਸਰੀਆਂ ਮੈਟਲਸ ਆਈਆਂ ਜਿਹੜੀਆਂ ਬਹੁਤ ਖਤਰਨਾਕ ਹੁੰਦੀਆਂ ਨੇ, ਉਹਨਾਂ ਦਾ ਵੀ ਉਹਦੇ ਵਿੱਚ ਜ਼ਿਕਰ ਹੈਗਾ। ਜਿਵੇਂ ਯੂਰੇਨੀਅਮ ਹੈਗਾ, ਯੂਰੇਨੀਅਮ ਦੀ ਮਾਤਰਾ ਕਈ ਥਾਵਾਂ ਤੇ ਬਹੁਤ ਜ਼ਿਆਦਾ ਮਤਲਬ ਪਾਈ ਗਈ ਹੈ। ਯੂਰੇਨੀਅਮ ਇੱਕ ਬਹੁਤ ਹੀ ਖਤਰਨਾਕ ਧਾਤੂ ਹੈਗੀ, ਟੌਕਸਿਕ ਹੁੰਦੀ ਹੈ ਬਹੁਤ ਜ਼ਿਆਦਾ, ਜਿਹਦੇ ਕਰਕੇ ਜਿਹੜਾ ਕੈਂਸਰ ਵਰਗੇ ਰੋਗ, ਜਿਹੜੇ ਕਾਰਸੀਜੈਨਿਕ ਰੋਗ ਮਤਲਬ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਉਹ ਆਉਂਦੀਆਂ ਹੈਗੀਆਂ। ਤਾਂ ਇਹਦਾ ਇੱਕ ਜ਼ਿਕਰ ਆਇਆ ਹੈ। ਬਾਕੀ ਫਲੋਰਾਈਡਸ ਬਹੁਤ ਜ਼ਿਆਦਾ ਆਏ ਨੇ। 1% ਤੋਂ 1 ਲੀਟਰ ਪਾਣੀ ਵਿੱਚ 1% ਤੋਂ ਬਾਅਦ ਜਿਹੜੇ ਫਲੋਰਾਈਡ ਨਹੀਂ ਹੋਣਾ ਚਾਹੀਦਾ, ਪਰ ਉੱਥੇ ਕਈ ਥਾਂ ਤੇ 4% ਤੱਕ ਦੀ ਮਾਤਰਾ ਆਈ ਹੈ। 1% ਜੇ ਵੱਧ ਹੋਏ ਹਲਕਾ ਵਗੈਰਾ ਤਾਂ ਦੰਦਾਂ 'ਚ ਜਿਹੜੇ ਲਾਲ ਜਿਹੇ ਦੰਦ ਹੁੰਦੇ, ਤੁਸੀਂ ਦੇਖਿਆ ਹੋਣਾ ਮਾਲਵੇ ਦੇ ਖਾਸ ਕਰਕੇ ਬਠਿੰਡੇ ਬਾਂਸਾ ਦੇ ਇਲਾਕੇ ਦੇ ਲੋਕਾਂ ਦੇ ਦੰਦਾਂ ਤੇ ਹਲਕਾ ਹਲਕਾ ਪੀਲਾਪਣ ਹੁੰਦਾ ਹੈ, ਉਹ ਫਲੋਰਾਈਡ ਕਰਕੇ ਹੁੰਦਾ ਹੈ। ਮਤਲਬ ਇੱਕ ਤਰ੍ਹਾਂ ਦੀ ਲਾਲ ਜਿਹਾ ਰੰਗ ਹੁੰਦਾ ਹੈ ਉਹਨਾਂ ਦੰਦਾਂ ਦਾ, ਉਹ ਲਹਿੰਦਾ ਨਹੀਂ ਕਦੇ ਵੀ। ਜਿਹੜੇ ਫਲੋਰਾਈਡਸ ਹੁੰਦੇ ਨੇ ਬਹੁਤ ਲਾਉਣੇ ਮੁਸ਼ਕਲ ਹੁੰਦੇ, ਦੰਦਾਂ ਤੇ ਜੰਮਦੇ ਰਹਿੰਦੇ ਨੇ। ਸੋ ਨਾਲ ਮੈਗਨੀਸ਼ੀਅਮ ਵੀ ਆਇਆ ਹੈ, ਯੂਰੇਨੀਅਮ ਵੀ ਆਇਆ ਹੈ, ਤੇ ਇਸ ਤੋਂ ਬਿਨਾਂ ਸੋਡੀਅਮ ਦੀ ਮਾਤਰਾ ਕਾਫੀ ਜ਼ਿਆਦਾ ਆਈ ਹੈ ਉਸ ਪਾਣੀ ਵਿੱਚ, ਤੇ ਨਾਈਟ੍ਰੇਟਸ ਵੀ ਬੜੀ ਟੌਕਸਿਕ ਹੁੰਦੀ ਹੈ, ਮਤਲਬ ਉਹ ਵੀ ਆਇਆ ਹੈ। ਸੋ ਇਹ ਜਿਹੜੀਆਂ ਸਾਰੀਆਂ ਧਾਤਾਂ ਉਹਦੇ 'ਚ ਪਾਈਆਂ ਗਈਆਂ ਨੇ, ਬੜੀਆਂ ਖਤਰਨਾਕ ਨੇ, ਸਿਹਤ ਤੇ ਬੜਾ ਅਸਰ ਪਾ ਰਹੀਆਂ ਨੇ ਉਸ ਇਲਾਕੇ ਦੇ ਵਿੱਚ। ਤੇ ਉਹ ਤੇ ਚਿੰਤਾ ਪ੍ਰਗਟ ਕੀਤੀ, ਜਿਹੜੇ ਵੱਖਰੇ ਵੱਖਰੇ ਮਾਹਰਾਂ ਨੇ ਵੀ ਰਿਪੋਰਟਾਂ ਤੇ ਟਿੱਪਣੀ ਕੀਤੀ ਹੈ। ਮੇਰਾ ਖਿਆਲ ਹੈ ਕਿ ਉੱਥੇ ਨਹਿਰੀ ਪਾਣੀ ਦੀ ਵਿਵਸਥਾ ਕਰਨੀ ਪਏਗੀ ਸਾਰੇ ਏਰੀਏ ਵਿੱਚ, ਕਿਉਂਕਿ ਧਰਤੀ ਹੇਠਲਾ ਪਾਣੀ ਜਿਹੜਾ ਬਹੁਤ ਹੀ ਇੱਕ ਤਰ੍ਹਾਂ ਦਾ ਟੌਕਸਿਕ ਹੋ ਚੁੱਕਿਆ ਹੈ, ਜ਼ਹਿਰੀਲਾ ਹੋ ਚੁੱਕਿਆ ਹੈ, ਉਹ ਪੀਣ ਦੇ ਯੋਗ ਨਹੀਂ ਰਿਹਾ। ਜੀ, ਤੇ ਹੁਣ ਜਾਂਦੇ ਜਾਂਦੇ ਇਸ ਬਾਰੇ ਵੀ ਜਾਣਕਾਰੀ ਦੇ ਦਿਓ। ਆ ਹੁਣ 10 ਤਰੀਕ ਨੂੰ ਨਤੀਜੇ ਆ ਜਾਣੇ, ਸਰਕਾਰ ਪਤਾ ਨਹੀਂ ਕਿਹਦੀ ਬਣਦੀ ਹੈ, ਤੇ ਜਿਹੜੀ ਮੌਜੂਦਾ ਸਰਕਾਰ ਹੈ, ਇਹ ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਦੇ ਬਾਰੇ ਚੋਣ ਕਮਿਸ਼ਨ ਨੇ ਪਰਮਿਸ਼ਨ ਦੇ ਦਿੱਤੀ ਹੈ, ਤੇ ਇਹ ਸੋਮਵਾਰ ਨੂੰ ਹੋਣ ਦੀ ਸੰਭਾਵਨਾ। ਤੇ ਇਹੋ ਜਿਹਾ ਕਿਹੜਾ ਏਜੰਡਾ ਜਿਹੜੀ ਇਸ ਵੇਲੇ ਮੀਟਿੰਗ ਬੁਲਾਈ ਹੈ ਇਹਨਾਂ ਨੇ? 2-3 ਏਜੰਡੇ ਹੈਗੇ ਨੇ ਇਹਦੇ ਵਿੱਚ। ਸੋਮਵਾਰ ਨੂੰ ਮੇਰਾ ਖਿਆਲ ਹੈ ਕਿ ਮੀਟਿੰਗ ਹੋਏਗੀ। ਇਲੈਕਸ਼ਨ ਕਮਿਸ਼ਨ ਤਾਂ ਪਹਿਲਾਂ ਵੀ ਸ਼ਾਇਦ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸੀ। ਐਵੇਂ ਮੇਰਾ ਖਿਆਲ ਹੈ ਕਿ ਤਾਂ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਗੰਭੀਰ ਸਥਿਤੀ ਹੁੰਦੀ ਹੈ ਤਾਂ ਕੋਈ ਨਾ ਕੋਈ ਜਿਹੜੀ ਮੌਜੂਦਾ ਸਰਕਾਰ ਉਹ ਇਹੋ ਜਿਹਾ ਕੋਈ ਨਾ ਕੋਈ ਕੰਮ ਕਰ ਸਕਦੀ ਹੈ, ਕਿਉਂਕਿ ਸਰਕਾਰ ਦਾ ਜਿੰਨੇ ਚਿਰ ਨਵੀਂ ਚੋਣ ਨਹੀਂ ਹੁੰਦੀ, ਨਵੇਂ ਨਤੀਜੇ ਨਹੀਂ ਆਉਂਦੇ, ਨੋਟੀਫਿਕੇਸ਼ਨ ਨਹੀਂ ਹੁੰਦਾ, ਉਹਨਾਂ ਚਿਰ ਤਾਂ ਇਹੀ ਸਰਕਾਰ ਰਹੇਗੀ। ਹਾਂ, ਜਿੱਦੇ ਕੋਈ ਨਵਾਂ ਮੁੱਖ ਮੰਤਰੀ ਸਹੁੰ ਚੱਕੇਗਾ ਉਸ ਸਮੇਂ ਤੱਕ, ਉਸ ਤੋਂ ਪਹਿਲਾਂ ਥੋੜ੍ਹਾ ਚਿਰ ਪਹਿਲਾਂ ਜਿਹੜਾ ਹੈਗਾ ਮੌਜੂਦਾ ਮੁੱਖ ਮੰਤਰੀ ਹੁੰਦਾ ਹੈ ਉਹ ਰਿਜ਼ਾਈਨ ਕਰ ਆਪਣਾ ਭੇਜ ਦਿੰਦਾ, ਗਵਰਨਰ ਉਸ ਨੂੰ ਜਿਹੜੀ ਮਨਜ਼ੂਰ ਕਰ ਲੈਂਦਾ, ਤੇ ਨਵਾਂ ਮੁੱਖ ਮੰਤਰੀ ਉਤਾਂ ਤੱਕ ਸਹੁੰ ਚੱਕ ਲੈਂਦਾ ਤੇ ਨਵੀਂ ਸਰਕਾਰ ਬਣ ਜਾਂਦੀ ਹੈ।
ਹੁਣ ਉਹਨਾਂ ਨੇ ਮੇਰਾ ਖਿਆਲ ਹੈ ਕਿ ਇਹਨੇ ਕਿਹਾ ਕਿ ਇਹ ਇੱਕ ਤਾਂ ਬੀਬੀਐਮਬੀ ਦਾ ਮੁੱਦਾ ਹੈ, ਕਿਹੜਾ ਯੂਕਰੇਨ 'ਚ ਫਸੇ ਹੋਏ ਬੱਚੇ ਹੈਗੇ ਉਹਨਾਂ ਦਾ ਮੁੱਦਾ ਹੈਗਾ। ਕੱਲ ਗਰੀਤ ਉਹ ਜਿਹੜਾ ਚਲੇ ਵੀ ਗਏ ਨੇ ਮੇਰਾ ਖਿਆਲ ਹੈ ਉਧਰ ਪੋਲੈਂਡ ਚਲੇ ਗਏ ਨੇ ਉਹ ਜੀ, ਹਾਂ, ਬੱਚਿਆਂ ਨੂੰ ਲੈਣ ਵਾਸਤੇ। ਸੋ ਉਹਦੀ ਵੀ ਸਾਰੀ ਗੱਲਬਾਤ ਮੇਰਾ ਖਿਆਲ ਹੈ ਕਿ ਜਿਹੜੇ 3-4 ਬੜੇ ਭਖਦੇ ਮਸਲੇ ਹੈਗੇ ਉਹਨਾਂ ਤੇ ਜਿਹੜੀ ਕੈਬਨਿਟ ਵਿਚਾਰ ਕਰੇਗੀ। ਨਾਲ ਮੈਂ ਇੱਕ ਛੋਟੀ ਜਿਹੀ ਖਬਰ ਤੁਹਾਨੂੰ ਹੋਰ ਦੱਸ ਦਿਆਂ ਕਿ ਇਸ ਵੇਲੇ ਜਿਹੜਾ ਭਾਰਤ ਵਿੱਚ ਸ਼ੇਨ ਵਾਰਨ ਜਿਹੜਾ ਦੀ ਡੈਥ ਹੋਈ ਹੈ, ਜਿਹੜਾ ਕ੍ਰਿਕਟ ਖਿਡਾਰੀ ਸੀ, ਉਹਦੇ ਕਰਕੇ ਬੜੀ ਉਦਾਸੀ ਛਾਈ ਹੋਈ ਹੈ। ਭਾਰਤ ਵਿੱਚ ਬੜਾ ਪਾਪੂਲਰ ਸੀ, ਖਾਸ ਕਰਕੇ ਨਵਜੋਤ ਸਿੰਘ ਸਿੱਧੂ ਨਾਲ ਉਹਦੀ ਕਾਫੀ ਨੇੜਤਾ ਸੀ, ਸਚਿਨ ਤੰਦੂਲਕਰ ਨਾਲ ਉਹਦੀ ਬੜੀ ਨੇੜਤਾ ਸੀ। ਜੇ ਸਭ ਤੋਂ ਵਧੀਆ ਕਿਸੇ ਬੰਦੇ ਨੇ ਖੇਡਿਆ ਉਹਨੂੰ ਤਾਂ ਆਪਣੇ ਨਵਜੋਤ ਸਿੰਘ ਸਿੱਧੂ ਨੂੰ ਇਹ ਖੇਡਿਆ ਸੀਗਾ। ਤਾਂ ਮੈਂ ਇੱਕ ਗੱਲ ਥੋੜੀ ਜਿਹੀ ਦੱਸ ਕੇ ਫਿਰ ਬੰਦ ਕਰਨ ਲੱਗਿਆ ਕਿ ਨਵਜੋਤ ਸਿੰਘ ਸਿੱਧੂ, ਉਹਨੇ ਸ਼ੇਨਵਾਰ ਨੇ ਇੱਕ ਵਾਰੀ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਮੈਨੂੰ ਇਸ ਤਰ੍ਹਾਂ ਦੇ ਛਿੱਕੇ ਮਾਰਦਾ ਹੈ, ਕਈ ਵਾਰੀ ਸੁਪਨੇ 'ਚ ਵੀ ਮੈਨੂੰ ਡਰ ਆਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਮੈਨੂੰ ਹਿੱਟ ਕਰ ਰਿਹਾ ਹੈ, ਸ਼ਾਇਦ ਇਸ ਤਰ੍ਹਾਂ ਕਰਦਾ। ਸੋ ਇੱਕ ਐਡਾ ਹੋਣਹਾਰ, ਐਡਾ ਜਿਹਨੂੰ ਕਹਿੰਦੇ ਆ ਕਿ ਜੀਨੀਅਸ ਸੀਗਾ ਬੋਲਿੰਗ ਦਾ, ਉਹਦੀ ਡੈਥ ਹੋ ਗਈ ਹੈ। ਆਪਣੇ ਦੇਸ਼ ਵਿੱਚ ਬਹੁਤ ਪਾਪੂਲਰ ਸੀਗਾ ਉਹ, ਤੇ ਇਸ ਸਾਰੇ ਲੋਕ ਉਹਦਾ ਅਫਸੋਸ ਵਿੱਚ ਉਹਦੇ ਕਰਕੇ ਡੁੱਬੇ ਹੋਏ ਨੇ ਜੀ। ਬਹੁਤ ਬਹੁਤ ਧੰਨਵਾਦ ਸਰਬਜੀਤ ਧਾਲੀਵਾਲ ਜੀ। ਸਤਿ ਸ਼੍ਰੀ ਅਕਾਲ ਜੀ।